ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸਚਾ ਪਾਤਸ਼ਾਹ ਸਿਰ ਸਾਂਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ। ਮਾਰ ਕੰਡੇ ਤੇ ਕੋ ਅਦਕਾਈ ਜਿਨਾ ਤ੍ਰੈਣ ਧਰਮ ਮੂੜ ਬਲਾਏ। ਗਹਿਰੀ ਕਰ ਕੈ ਨੀਵ ਖੁਦਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੇ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਵੇਂ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਵਡਭਾਗੇ ਹੋ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਦੇ ਸੱਜ ਰਹੀ ਸੁੰਦਰ ਦੀਵਾਨ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਹੋ। ਆਸਾ ਦੀ ਵਾਰ ਦਾ ਆਪਣੇ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਇਸ ਸਥਾਨ ਦੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ
ਭਗਤ ਨਾਮਦੇਵ ਕੀ। ਇੱਥੋਂ ਤੱਕ ਧਨਾਸਰੀ ਅਗਨੀ ਵਿੱਚ ਭਗਤ ਕਬੀਰ ਸਾਹਿਬ ਜੀ ਦੇ 5 ਸ਼ਬਦ ਸੰਪੂਰਨ ਹੋ ਚੁੱਕੇ ਹਨ, ਜਿਨ੍ਹਾਂ ਦੀ ਕਥਾ ਵਿਚਾਰ ਆਪ ਪਿਛਲੇ ਜ਼ਮਾਨਾ ਵਿੱਚ ਸਰਵਣ ਕਰ ਚੁੱਕੇ ਹੋ। ਹੁਣ ਧਨਾਸਰੀ ਅਗਨੀ ਦੇ ਵਿੱਚ ਉਚਾਰਨ ਕੀਤੀ ਹੋਈ ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਲਿਖਵਾ ਰਹੇ ਹਨ। ਇੱਕ ਵਾਰ ਭਗਤ ਨਾਮਦੇਵ ਜੀ ਆਪਣੀ ਬਿਰਧ ਮਾਤਾ ਅਤੇ ਪਰਿਵਾਰ ਸਮੇਤ ਤੀਰਥ ਯਾਤਰਾ ਕਰਨ ਵਾਸਤੇ ਚਲੇ ਗਏ। ਪਿੱਛੋਂ ਭਗਤ ਨਾਮਦੇਵ ਜੀ ਦੇ ਜੋ ਪੜੋਸੀ ਗੁਆਂਢੀ ਇੱਕ ਹੰਕਾਰੀ ਸ਼ਾਹੂਕਾਰ ਨੇ ਆਪਣੀ ਹਵੇਲੀ ਬਣਾਉਂਦਿਆਂ ਹੋਇਆ ਕਾਰੀਗਰ ਦੀ ਸਲਾਹ ਦੇਣ ਤੇ ਕਿ ਜੇਕਰ ਇਹ ਛਪਰੀ ਵਾਲੀ ਥਾਂ ਵਿੱਚ ਮਿਲ ਪਵੇ ਤਾਂ ਹਵੇਲੀ 4 ਕੋਨੇ ਸੁੰਦਰ ਬਣ ਸਕਦੀ ਹੈ। ਸ਼ਾਹੂਕਾਰ ਨੂੰ ਧਨ ਦਾ ਹੰਕਾਰ ਸੀ ਕਿ ਗਰੀਬ ਭਗਤ ਮੇਰਾ ਕੀ ਵਿਗਾੜ ਦੇਵੇਗਾ, ਜੇ ਬਹੁਤਾ ਕਰੇਗਾ ਤਾਂ ਆਪਣੀ ਜਗ੍ਹਾ ਦੀ ਕੀਮਤ ਹੀ ਲੈ ਲਵੇਗਾ। ਕਿਉਂ ਜਾਣ ਕੇ ਨਾਮਦੇਵ ਜੀ ਦੀ ਛਪਰੀ ਆਪਣੇ ਮਜ਼ਦੂਰਾਂ ਨੂੰ ਹੁਕਮ ਦੇ ਕੇ ਪੂਰੇ ਕੜਕੜ ਵਾਲੀ ਥਾਂ ਤੇ ਪਾ ਦਿੱਤੀ ਅਤੇ ਛਪਰੀ ਚੰਗੀ ਤਰ੍ਹਾਂ ਸਾਫ਼ ਕਰਾ ਕੇ ਆਪਣੀ ਹਵੇਲੀ ਬਣਾਉਣ ਵਾਲੀ ਜਗ੍ਹਾ ਦੇ ਵਿੱਚ ਲਾ ਲਈ। ਉਸ ਜਗ੍ਹਾ ਦੇ ਰਲਾਉਣੇ ਕਰਕੇ ਸ਼ਾਹੂਕਾਰ ਦੀ ਹਵੇਲੀ ਬੜੀ ਸੁੰਦਰ ਬਣ ਗਈ। ਕੁਝ ਸਮੇਂ ਬਾਅਦ ਜਦ ਭਗਤ ਨਾਮਦੇਵ ਜੀ ਤੀਰਥ ਯਾਤਰਾ ਵਾਪਸ ਆਏ ਤਾਂ ਕੀ ਵੇਖਦੇ ਨੇ ਕਿ ਛਪਰੀ ਵਾਲੀ ਜਗ੍ਹਾ ਵਿੱਚ ਸੁੰਦਰ ਹਵੇਲੀ ਬਣੀ ਹੋਈ ਹੈ। ਪੁੱਛਣ ਤੋਂ ਕਿ ਇੱਥੇ ਇੱਕ ਭਗਤਾਂ ਦੀ ਛਪਰੀ ਸੀ ਤਾਂ ਕਿਸੇ ਸੱਜਣ ਨੇ ਕਿਹਾ ਕਿ ਤੇਰੀ ਛਪਰੀ ਤੋੜ ਕੇ ਇਸ ਧਨ ਦੇ ਹੰਕਾਰੀ ਸ਼ਾਹੂਕਾਰ ਨੇ ਆਪਣੀ ਹਵੇਲੀ ਬਣਾ ਲਈ ਹੈ। ਜਦੋਂ ਭਗਤ ਨਾਮਦੇਵ ਜੀ ਨੇ ਸ਼ਾਹੂਕਾਰ ਨੂੰ ਆ ਕੇ ਪੁੱਛਿਆ ਤਾਂ ਸ਼ਾਹੂਕਾਰ ਕਹਿਣ ਲੱਗਾ ਤੂੰ ਕਿਤੇ ਹੋਰ ਗੁਜ਼ਾਰਾ ਕਰ ਲੈ। ਭਗਤ ਨਾਮਦੇਵ ਜੀ ਨੇ ਆਪਣੀ ਦੇਵ ਦ੍ਰਿਸ਼ਟੀ ਦੁਆਰਾ ਉਸ ਦਾ ਅੰਤਮ ਸਮਾਂ ਨੇੜੇ ਆਇਆ ਵੇਖ ਕੇ ਉਸ ਦਾ ਹੰਕਾਰ ਤੋੜਨ ਵਾਸਤੇ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ। ਸੋ ਧਨਾਸਰੀ ਅਗਨੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਤੋਂ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਇਹ ਹੁਣ ਲਿਖਾ ਰਹੇ ਨੇ। ਇੱਕ ਓੰਕਾਰ ਗੁਰਮਤਿ ਨਿਯਮ ਮੁਤਾਬਕ ਗੁਰੂ ਸਾਹਿਬ ਪਹਿਲਾਂ ਪ੍ਰਭੂ ਪਰਮਾਤਮਾ ਦਾ ਮੰਗਲ ਕਰਦੇ ਨੇ ਕਿ ਇੱਕ ਅਦਵੈਤ ਰੂਪ ਪਰਮੇਸ਼ਰ ਜੋ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮੰਗਲ ਤੋਂ ਬਾਅਦ ਹੁਣ ਉਪਦੇਸ਼ ਦੀ ਪ੍ਰਾਰੰਭਤਾ ਕਰਦੇ ਹਨ। ਗਹਿਰੀ ਕਰ ਕਾਨੀ ਵਖਦਾਈ ਇਹ ਭਾਈ ਤੂੰ ਡੂੰਘੀ ਕਰਕੇ ਨੀ ਖਦਾਉਣਾ ਕੀਤੀ, ਭਾਵ ਪਟਾਉਣਾ ਕੀਤੀ ਹੈ। ਮਤਲਬ ਹਵੇਲੀ ਨੂੰ ਪੱਕੀ ਬਣਾਉਣ ਵਾਸਤੇ ਥੱਲੇ ਰੋੜਾਂ ਦਾ ਤਲ ਭਾਲ ਕੇ ਨੀ ਖਦਵਾਉਣਾ ਕੀਤੀ ਹੈ। ਉੱਪਰ ਮੰਡਪ ਛਾਏ ਅਤੇ ਉਸ ਦੇ ਉੱਪਰ ਦੀਵਾਰਾਂ ਉਸਾਰ ਕੇ ਸੁੰਦਰ ਗੁੰਮਟੀਆਂ ਕੱਢ ਕੇ ਮੰਡਪ ਮਹਿਲ ਭਾਵ ਹਵੇਲੀ ਸ਼ਾਹੀ ਭਾਵ ਬਣਾਉਣਾ ਕੀਤੀ ਹੈ। ਤੈਨੂੰ ਆਪਣੀ ਉਮਰ ਦਾ ਪਤਾ ਹੀ ਨਹੀਂ ਕਿ ਕਦੋਂ ਮਰ ਜਾਣਾ ਹੈ, ਸੋ ਫਿਰ ਵੀ ਤੂੰ ਇਹ ਪੁਰਖ ਮਾਣ ਕਿਉਂ ਕਰਦਾ ਹੈ? ਇਹ ਦੱਸ। ਮਾਰ ਕੰਡੇ ਤੇ ਕੋ ਅਦਕਾਈ ਇਹ ਭਾਈ ਮਾਰਕੰਡੇ ਰਖੀ ਤੂੰ ਹੋਰ ਕੌਣ ਵੱਡੀ ਆਰਜਾ ਵਾਲਾ ਹੋਣਾ ਹੈ? ਜਿਨਾ ਤ੍ਰੈਣ ਧਰ ਮੋੜ ਬੁਲਾਏ ਜਿਸ ਨੇ ਆਪਣੇ ਸਿਰ ਉੱਤੇ ਘਾਹ ਦਾ ਪੂਲਾ ਰੱਖ ਕੇ ਦਿਨ ਬਤੀਤ ਕੀਤੇ ਸਨ। ਅਰਥਾਤ ਮਾਰਕੰਡੇ ਰਖੀ ਦੇ ਚਿੱਤ ਵਿੱਚ ਇਤਨਾ ਵੈਰਾਗ ਸੀ
कि जदों सर्दी पैंदी सी तां सिर दे उपरे अखां दे बने पूले नूं रख लैंदे सी। जिस वेले धुप लगदी सी उदों धुप वाले पासे खड़ा कर लेंदे सी। किसी ने रिखी जी नूं पुछया कि तुसीं कुटिया बना के नहीं रहिंदे? तां मारकंडे रिखी जी ने कहा कि किहड़ा बहुता समा दुनिया 'च जीवना है। जिवें भाई गुरदास साहब जी ने सतयुग दे मनुखां बाबत लिखिया है, कहंदे करन तपस्या बन विखे, वक्त गुजारन पिन्नी सागे। भाई गुरदास जी लिखते हैं कि सतयुगी मनुख धर्मी हुंदे सन। अपना बहुता समा जिवें साडा टीवी अगे बैठिया लंघदा मोबाइल ते सो नैट नाल छेड़खानी लंघदा है, निंदिया चुगली करदिया है, घर-बार दे विच हसदियां खेडदियां सौंदियां बैठदियां गुजरदा। इस तरह सतयुगी मनुख अपना फजूल समा नहीं सन गुजारदे, धर्मी हुंदे सी। जंगल दे विच तप करिया करदे ते जद खाना हुंदा तां फल फ्रूट साग पत्ता कंद मूल खा के ही गुजारा कर लेंदे सन। लख वरियां दी आरज़ा। कलयुगी मनुख की उम्र 100 साल मनी गई है, पर जिउंदा भी भागा बड़ा ही है। जो द्वापर के मनुख की उम्र 1000 वर्ष मनी गई है, कृष्ण भगवान जी आदि। त्रेते के मनुख की उम्र 10,000 वर्ष मनी गई है, राम जी आदि। तो सतयुगी मनुख की उम्र 1 लाख वरियां की मनी गई है। कहते सतयुग के मनुख की उम्र लाख वरियां की हुंदी सी, ते फिर भी वो तप करके ते जंगल के विचों फल फ्रूट कंद मूल खा के गुजारा करके ही तपस्या करदियां गुजारदे सन। कोठे कोट ना मंडप साजे। कोठे हुंदे ने कच्चे ते कोट हुंदे ने पक्के किले ते मंडप हुंदे ने मंडुए। 2 हस ने चौ हस ने यानी बहु मंजिली इमारत ते हवेल हुंदे ने खुले जिस डंगर वछा भी होवे, सारे काम होण, बाग बगीचे भी होण। आ चंडीगढ़ के 1 सैक्टर 2 सैक्टर में वेखे ने कोठियां की ने वो तो राजियां दे महलों नूं भी दिंदियां ने। पूरी दी पूरी गली की कोठी, एक बूहा सड़क नाल, दूजा गली के सिरे नाल, ते रस्ते 3-3 बूहे दोवां पासियां तो। हर एक कोठी च 4-4 परिवार, 4 भरावां ने डिसाइड की अपना पार्टीशन की हुई, ते विचे बाग ते विचे ही खेत एडे वड्डे। सो उन्होंने कहते हैं हवेल महल ते मंडुए बहु मंजिली इमारत। यानी जगह भावें थोड़ी होवे पर मंजिलां पा के उन्होंने हवादार सोहना बनाया होवे। कोठे पुराने कच्चे ते मकान पक्के। इस तरीके दे नाल ये कुछ भी नहीं सन बनाउंदे। भगत नामदेव जी के बचन जदों उन्हें आखिया कि दुनिया च पता नहीं भी किन्ने क दिन रहना है, तेरी उम्र मारकंडे रिखी तो नहीं वड्डी हो सकती, जिन्हें लख वरियां की उम्र एक कखां का पूला रख करके ही सिर के उपर गुजार दिती। नामदेव जी ने जब ये बचन कहे सुन के शाहूकार नूं बड़ा गुस्सा आया, बड़ा रुखा जिहा बोलिया। रुखे शब्दों कहन लगा कि हवेली बनाई है तो मैं बनाई है, जा जिन्हों जाके दसना दस दे।
ਆਪਣੀ ਸਹਾਇਤਾ ਲਈ ਜਾ ਬੁਲਾ ਲਿਆ। ਇਹ ਸੁਣ ਕੇ ਨਾਮਦੇਵ ਜੀ ਕਹਿਣ ਲੱਗੇ, ਹਮਾਰੋ ਕਰਤਾ ਰਾਮ ਸਨੇਹੀ। ਕਿਉਂਕਿ ਜਦ ਅਮੀਰਜ਼ਾਦੇ ਸ਼ਾਹੂਕਾਰ ਲੋਕ ਗਲਤ ਕੰਮ ਕਰਦੇ ਨੇ, ਭਾਵ ਕਿਸੇ ਤੇ ਕਬਜ਼ਾ ਕਰਦੇ ਨੇ, ਤੇ ਉਹ ਪੰਚਾਂ ਸਰਪੰਚਾਂ ਨੂੰ ਜਾਂ ਥਾਣੇਦਾਰ ਸਿਕਦਾਰਾਂ ਨੰਬਰਦਾਰਾਂ ਨੂੰ ਪੈਸੇ ਦੇ ਕੇ ਆਪਣੇ ਵੱਲ ਪਹਿਲਾਂ ਹੀ ਕਰ ਲੈਂਦੇ ਨੇ ਵੀ ਗਰੀਬ ਬੰਦਾ ਆਇਆ ਤੇ ਉਹਦੀ ਗੱਲ ਨਾ ਸੁਣਿਓ। ਇਸ ਲਈ ਜਦ ਵੀ ਕੋਈ ਸਰਕਾਰੀ ਦਰਬਾਰੇ ਅਪੀਲ ਦਲੀਲ ਕਰੇ, ਕਿਸੇ ਮੋਹਤਬਾਰ ਬੰਦੇ ਕੋਲ ਫਰਿਆਦ ਕਰੇ, ਅੱਜ ਆਉਂਦੇ ਹਾਂ ਭਲਕੇ ਆਉਂਦੇ ਹਾਂ, ਨਾਮ ਨਹੀਂ ਕਰਨੀ, ਤੋੜ ਕੇ ਵੀ ਨਹੀਂ ਸੁੱਟਣਾ, ਨੀਤੀ ਦੇ ਨਾਲ ਟਾਲ ਮਟੋਲਾ ਕਰੀ ਜਾਣਾ। ਰਾਜਨੀਤੀ ਕਹਿੰਦੀ ਹੈ ਕਿ ਜਿਸ ਗੱਲ ਨੂੰ ਤੁਸੀਂ ਪੈਂਡਿੰਗ ਪਾ ਦਿਓ ਕਿ ਭਲਕੇ ਵੇਖਾਂਗੇ, ਅੱਜ ਤਾਂ ਅਸੀਂ ਮੀਟਿੰਗ 'ਤੇ ਚੱਲੇ ਹਾਂ, ਕਿਸੇ ਨੂੰ ਟਾਈਮ ਦਿੱਤਾ ਹੋਇਆ, ਤੂੰ ਤਾਂ ਲੇਟ ਹੋ ਗਿਆ, ਜਿਸ ਨੂੰ ਪੈਂਡਿੰਗ ਪਾ ਦਿਓ ਉਹਦਾ ਅਸਰ ਘਟ ਜਾਂਦਾ ਹੈ। ਇਸ ਵਾਸਤੇ ਨਾਮਦੇਵ ਜੀ ਕਹਿੰਦੇ ਭਾਈ ਆਪਾਂ ਤਾਂ ਨਹੀਂ ਕਿਸੇ ਕੋਲ ਫਰਿਆਦ ਕਰਦੇ, ਕਿਉਂਕਿ ਕਿਸੇ ਦੁਨਿਆਵੀ ਬੰਦੇ ਨੇ ਸਾਡੀ ਕੀ ਸਹਾਇਤਾ ਕਰਨੀ ਹੈ। ਹਮਰੋ ਕਰਤਾ ਰਾਮ ਸਨੇਹੀ। ਇਹ ਭਾਈ ਸਾਡਾ ਕਰਤਾ ਕਰਨਹਾਰ ਤਾਂ ਪਰਮੇਸ਼ਰ ਹੀ ਹੈ, ਜੋ ਸਾਡਾ ਪਿਆਰਾ ਹੈ। ਇਸੇ ਪ੍ਰਕਾਰ ਅਮਰ ਕਰਤਾ ਰਾਮ ਸਨੇਹੀ। ਸਰਬ ਦਾ ਕਰਤਾ ਜੋ ਰਾਮ ਆਪ ਪਰਮੇਸ਼ਰ ਹੈ, ਉਹ ਸਾਡਾ ਪਿਆਰਾ ਹੈ ਅਤੇ ਉਸ ਤੋਂ ਬਗੈਰ ਸਾਡਾ ਹੋਰ ਕੋਈ ਵੀ ਸਹਾਇਕ ਨਹੀਂ ਹੈ। ਕਾਹੇ ਰੇ ਨਰ ਗਰਭ ਕਰਤਾ। ਇਹ ਪੁਰਖਾ ਤੂੰ ਕਾਹਦੇ ਵਾਸਤੇ ਪਰਮੇਸ਼ਰ ਦੇ ਨਾਮ ਨੂੰ ਤਿਆਗ ਕੇ ਇਹਨਾਂ ਝੂਠੇ ਪਦਾਰਥਾਂ ਦਾ ਜਾਂ ਝੂਠੀ ਦੇਹੀ ਦਾ ਹੰਕਾਰ ਕਰਦਾ ਹੈ। ਬਿਨ ਸਜਾਏ ਝੂਠੀ ਦੇਹੀ। ਇਹ ਜਿਹੜੀ ਦੇਹੀ ਹੈ ਇਹ ਝੂਠੀ ਹੈ। ਝੂਠੇ ਕੀਰੇ ਝੂਠ ਪ੍ਰੀਤ, ਇਹਦੀ ਪ੍ਰੀਤੀ ਵੀ ਝੂਠੀ ਹੈ, ਤੂੰ ਵੀ ਝੂਠਾ ਹੈ। ਇਹ ਅੱਜ ਨਹੀਂ ਭਲਕੇ ਨਹੀਂ, ਪਰਸੋਂ ਤਾਂ ਨਾਸ ਹੋ ਹੀ ਜਾਏਗੀ, ਪੱਕੀ ਗੱਲ ਹੈ। ਪਰੋਂ ਆਜ ਕਹਿ ਕਾਲ। ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਲੋਕਾਂ ਦੇ ਵਿੱਚ ਇਹ ਪਾਵਨ ਬਚਨ ਹੈ। ਪਰੋਂ ਦਾ ਮਤਲਬ ਹੈ ਪਰਸੋਂ, ਅੱਜ ਜਾਂ ਕੱਲ੍ਹ। ਇਹ ਨਾਸ ਹੋਈ ਹੋਈ ਲੈ। ਮਾਰਕੰਡੇ ਰਖੀ ਤੋਂ ਤਾਂ ਨਹੀਂ ਤੂੰ ਵੱਡਾ ਹੋ ਸਕਦਾ। ਨਰਸਿੰਘ ਪੁਰਾਣ ਦੇ ਵਿੱਚ ਕਥਾ ਹੈ ਕਿ ਜਦ ਮਨਸਵਨੀ ਦੇ ਗਰਭ ਤੋਂ ਪਿਤਾ ਮਿਰਕੰਡੂ ਰਿਖੀ ਦੇ ਘਰ ਪੁੱਤਰ ਮਾਰਕੰਡੇ ਜਨਮਿਆ, ਤਾਂ ਮਿਰਕੰਡੂ ਰਿਖੀ ਨੇ ਜਾਣ ਲਿਆ ਕਿ ਬਾਲਕ 12 ਵਰ੍ਹੇ ਦਾ ਹੋ ਕੇ ਮਰ ਜਾਵੇਗਾ। ਇਸ ਲਈ ਮਾਤਾ ਪਿਤਾ ਸਦਾ ਦੁਖੀ ਰਹਿੰਦੇ ਸਨ। ਇੱਕ ਦਿਨ ਮਾਂ ਪਿਓ ਨੂੰ ਉਦਾਸ ਵੇਖ ਕੇ ਮਾਰਕੰਡੀ ਰਿਖੀ ਨੇ ਕਾਰਨ ਪੁੱਛਿਆ, ਤਾਂ ਉਹਨਾਂ ਨੇ ਪੁੱਤਰ ਨੂੰ ਉਹਦੀ ਥੋੜ੍ਹੀ ਉਮਰ ਹੋਣ ਦਾ ਸਬਬ ਦੱਸਿਆ। ਇਸ ਪਰ ਮਾਰਕੰਡੇ ਰਿਖੀ ਨੇ ਐਸਾ ਘੋਰ ਤਪ ਕੀਤਾ ਕਿ ਵਿਸ਼ਨੂੰ ਤੋਂ ਦੀਰਘ ਜੀਵੀ ਹੋਣ ਦਾ ਵਰ ਪਾ ਲਿਆ। ਇਹ ਨਿਰਸਿੰਘ ਪੁਰਾਣ ਦੇ ਵਿੱਚ ਕਥਾ ਹੈ। ਪਦਮ ਪੁਰਾਣ ਦੇ ਵਿੱਚ ਵੀ ਇਹ ਕਥਾ ਹੈ ਕਿ ਮਿਰਕੰਡੂ ਰਿਖੀ ਦੇ ਘਰ 7 ਰਿਖੀ ਆਏ। ਬਾਲਕ ਮਾਰਕੰਡੇ ਨੇ ਉਹਨਾਂ ਨੂੰ ਪ੍ਰਣਾਮ ਕੀਤਾ। ਰਿਖੀਆਂ ਨੇ ਆਸ਼ੀਰਵਾਦ ਦਿੱਤਾ ਕਿ ਦੀਰਘ ਜੀਵੀ ਹੋਵੇ। ਪਿੱਛੋਂ ਰਿਖੀਆਂ ਨੇ ਦੇਖਿਆ ਕਿ ਮਾਰਕੰਡੇ ਦੀ ਉਮਰ ਤਾਂ ਬਹੁਤ ਛੋਟੀ ਹੈ ਅਤੇ ਅਸੀਂ ਦੀਰਘ ਜੀਵੀ ਹੋਣ ਦਾ ਵਰ ਦੇ ਚੁੱਕੇ ਹਾਂ। ਇਸ ਕਾਰਨ ਬਾਲਕ ਨੂੰ ਬ੍ਰਹਮਾ ਬਸ ਲੈ ਗਏ ਅਤੇ ਵੱਡੀ ਉਮਰ ਵਾਲਾ ਹੋਣ ਦਾ ਵਰ ਦਿਵਾਇਆ। ਮਾਰਕੰਡੇ ਦੀ ਇਸਤਰੀ ਧੂਮਾਵਤੀ ਅਤੇ ਪੁੱਤਰ ਵੇਦਸ਼ਿਰਾ ਸੀ। ਮਾਰਕੰਡੇ ਦੇ ਨਾਮ ਪਰ ਇੱਕ 9000 ਸਲੋਕ ਦਾ ਪੁਰਾਣ ਪ੍ਰਸਿੱਧ ਹੈ, ਜਿਸ ਵਿੱਚ ਹੋਰ ਪ੍ਰਸੰਗਾਂ ਤੋਂ ਇਲਾਵਾ ਦੁਰਗਾ ਦੀ ਕਥਾ ਹੈ, ਜਿਸ ਨੂੰ ਚੰਡੀ ਪਾਠ ਅਤੇ ਦੁਰਗਾ ਸਤਸਤੀ ਆਖਦੇ ਨੇ। ਇਸੇ ਦਾ ਸਵਤੰਤਰ ਅਨੁਵਾਦ ਸ੍ਰੀ ਦਸਮ ਗ੍ਰੰਥ ਦੇ ਵਿੱਚ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 2 ਚੰਡੀ ਚਰਿੱਤਰ ਅਤੇ ਚੰਡੀ ਦੀ ਵਾਰ ਦੇ ਵਿੱਚ ਦਰਜ ਕੀਤਾ ਹੈ। ਸਟੋਰੀ ਇੱਕੋ ਹੀ ਹੈ।
ਸਾਖੀ ਇੱਕੋ ਹੀ ਹੈ। ਉਹਨੂੰ ਵਾਰ ਦੇ ਵਿੱਚ ਵੀ ਲਿਖਿਆ ਅਤੇ ਸਵਈਆਂ ਅਤੇ ਕਵਿਤਾਂ ਦੇ ਵਿੱਚ ਵੀ ਲਿਖਿਆ ਹੈ। ਸੋ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਹੇ ਭਾਈ, ਤੂੰ ਮਾਰਕੰਡੇ ਲਿਖੀ, ਤੂੰ ਤਾਂ ਵੱਡੀ ਉਮਰ ਵਾਲਾ ਨਹੀਂ ਹੋ ਸਕਦਾ, ਜਿਹੜਾ 1 ਲੱਖ ਵਰ੍ਹਿਆਂ ਦੀ ਉਮਰ ਨੂੰ ਸਿਰ ਦੇ ਉੱਪਰ ਕੱਖ ਰੱਖ ਕੇ ਹੀ ਗੁਜ਼ਾਰ ਗਿਆ। ਤੂੰ ਕੀ ਹੰਕਾਰ ਕਰਦਾ ਹੈ? ਦੁਨੀਆ ਤੋਂ ਅਸੀਂ ਕੋਈ ਸਹਾਇਤਾ ਨਹੀਂ ਮੰਗਦੇ। ਸਾਡਾ ਸਹਾਇਕ, ਸਾਡਾ ਪ੍ਰੇਮੀ ਤਾਂ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ। ਇਹ ਭਾਈ, ਇਹ ਮਨੁੱਖਾ, ਇਹ ਸ਼ਾਹੂਕਾਰ, ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਵੀ ਹੈ ਕਿ ਤੁਸੀਂ ਕਿਸੇ ਗਰੀਬ ਨੂੰ ਕਿਉਂ ਤੰਗ ਦੁਖੀ ਪਰੇਸ਼ਾਨ ਪਏ ਕਰਦੇ ਹੋ, ਕਿਉਂ ਹੰਕਾਰ ਕਰਦੇ ਹੋ? ਇਹ ਜਿਹੜੀ ਦੇਹ ਹੈ, ਇਹ ਜਿਹੜਾ ਸਰੀਰ ਹੈ, ਇਹ ਜਿਹੜੀ ਤੇਰੀ ਕਾਇਆ ਹੈ, ਇਹ ਜ਼ਰੂਰ ਪਰ ਜ਼ਰੂਰ ਨਾਸ਼ ਹੋ ਜਾਵੇਗੀ। ਵਿਸ਼ਰਾਮ ਦੇ ਕੇ ਅੱਗੇ ਪ੍ਰਮਾਣ ਕਰਦੇ ਨੇ, ਮੇਰੀ ਮੇਰੀ ਕਰੋ ਕਰਤੇ। ਮੇਰੀ ਜ਼ਰ, ਜ਼ਰ ਮੀਨਨ ਸੋਨਾ, ਮੇਰੀ ਜੋਰੂ, ਜੋਰੂ ਮੀਨਨ ਘਰ ਵਾਲੀ, ਇਤਿਆਦਿ ਮੇਰੀ ਜ਼ਮੀਨ। ਇਹ ਕਰਦੇ ਕਰਦੇ ਕੈਰਮੀ ਚਲੇ ਗਏ। ਕਲਗੀਧਰ ਜੀ ਮਹਾਰਾਜ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਸਨ। ਜਦ ਗੁਰੂ ਸਾਹਿਬ ਜੀ ਝੱਖੜ ਝੋਲੇ ਪਹੁੰਚੇ, ਇੱਕ ਤਿੱਤਰ ਬੋਲ ਰਿਹਾ ਸੀ। ਸਿੰਘਾਂ ਨੇ ਆਖਿਆ ਕਿ ਆ ਸੋਹਣਾ ਵੇਖੋ ਮਹਾਰਾਜ, ਤਿੱਤਰ ਬੋਲ ਰਿਹਾ। ਸਾਹਿਬ ਕਹਿੰਦੇ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ ਬਾਈ, ਇਹ ਤਿੱਤਰ ਨਹੀਂ ਬੋਲ ਰਿਹਾ, ਇਸ ਜ਼ਮੀਨ ਦਾ ਜ਼ਿਮੀਂਦਾਰ ਬੋਲ ਰਿਹਾ ਹੈ। ਗੁਰਬਾਣੀ ਦਾ ਫਰਮਾਨ ਹੈ, ਭੂਮੀਆ ਭੂਮ ਉਪਰ ਨਿਤ ਲੂਝੈ, ਛੋੜ ਜਗਤ ਤ੍ਰਿਸ਼ਨਾ ਨਹੀਂ ਬੂਝੈ। ਜ਼ਿਮੀਂਦਾਰ ਮਰ ਕੇ ਜ਼ਮੀਨ ਨੂੰ ਛੱਡ ਕੇ ਚਲਾ ਜਾਂਦਾ, ਪਰ ਉਹਦੀ ਆਤਮਾ ਫਿਰ ਵੀ ਨਹੀਂ ਛੱਡਦੀ। ਉਹਦੀ ਰੂਹ ਨੂੰ ਮੋਹ ਹੈ ਜ਼ਮੀਨ ਦਾ। ਇਹ ਭਲਾ ਕੀ ਕਹਿ ਰਹੀ ਹੈ? ਸੁਣੋ, ਇਹ ਜ਼ਮੀਨ ਮੇਰੀ ਹੈ, ਇਹ ਜ਼ਮੀਨ ਮੇਰੀ ਹੈ। ਸਿੰਘਾਂ ਨੇ ਆਖਿਆ ਫਿਰ ਮਹਾਰਾਜ ਇਹਦੀ ਕਲਿਆਣ ਕਰੋ ਜੀ। ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਉਹ ਤਿੱਤਰ ਦਾ ਸ਼ਿਕਾਰ ਕੀਤਾ। ਭੋਲੇ ਭਾਲੇ ਲੋਕ ਗੁਰੂ ਜੀ ਦੇ ਸ਼ਿਕਾਰ 'ਤੇ ਤਰਕ ਕਰਦੇ ਨੇ ਕਿ ਵੇਖੋ ਜੀ, ਗੁਰੂ ਸਾਹਿਬ ਵੀ ਸ਼ਿਕਾਰ ਖੇਡਦੇ ਰਹੇ, ਭਾਵ ਕਿ ਮਾਸ ਦੀ ਵਰਤੋਂ ਕਰਦੇ ਰਹੇ, ਪਰ ਮਹਾਰਾਜ ਸ਼ਿਕਾਰ ਜੀਵਾਂ ਦੇ ਭਲੇ ਲਈ ਖੇਡਦੇ ਸਨ, ਮਾਸ ਦੀ ਵਰਤੋਂ ਲਈ ਨਹੀਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਮੇਰੀ ਜ਼ਰ ਹੈ, ਇਹ ਮੇਰੀ ਜੋਰੂ ਹੈ, ਇਹ ਮੇਰੀ ਜ਼ਮੀਨ ਹੈ। ਇਤਿਆਦਿ ਕਰਦੇ ਕਰਦੇ ਕਹਿਰ ਨੂੰ ਚਲੇ ਗਏ। ਜਿੰਨੀਆਂ ਲੜਾਈਆਂ ਦੁਨੀਆ 'ਚ ਹੋਈਆਂ ਨੇ, ਜਰ ਜੋਰੂ ਅਤੇ ਜ਼ਮੀਨ ਦੀ ਮੈਂ ਤੋਂ ਹੋਈਆਂ ਹਨ। ਦੁਰਯੋਧਨ ਸੇ ਭਾਈ, ਜੋ ਦੁਰਯੋਧਨ ਵਰਗੇ ਬਲਵਾਨ 100 ਭਰਾ ਸਨ, ਵੇਖੋ ਉਹ ਸਾਰੇ ਦੇ ਸਾਰੇ ਹੀ ਮਾਰੇ ਗਏ। ਇੱਕ ਸਮੇਂ ਜਦ ਪਾਂਡਵਾਂ ਵੱਲੋਂ ਕ੍ਰਿਸ਼ਨ ਭਗਵਾਨ ਜੀ ਕੈਰਵਾਂ ਦੇ ਕੋਲ ਗਏ ਕਿ ਰਾਜ ਦਾ ਕੁਝ ਹਿੱਸਾ ਜਾਂ 5 ਪਿੰਡ ਪਾਂਡਵਾਂ ਨੂੰ ਦੇ ਦੇ, ਤਾਂ ਦੁਰਯੋਧਨ ਨੇ ਹਕੂਮਤ ਦੇ ਹੰਕਾਰ ਵਿੱਚ ਮਸਤ ਹੋਏ ਨੇ ਕਿਹਾ ਕਿ ਰਾਜ ਦਾ ਹਿੱਸਾ ਦੇਣਾ ਜਾਂ 5 ਪਿੰਡ ਦੇਣੇ ਦਾ ਇੱਕ ਪਾਸੇ ਰਹੇ, ਮੈਂ ਤਾਂ ਇੱਕ ਸੂਈ ਦੇ ਨੱਕੇ ਜਿੰਨੀ ਧਰਤੀ ਦੇਣ ਨੂੰ ਵੀ ਨਹੀਂ ਤਿਆਰ। ਜਿਸ ਵੇਲੇ ਮਹਾਭਾਰਤ ਦਾ ਯੁੱਧ ਕਰਦਿਆਂ ਹੋਇਆਂ ਅਰਜਨ ਨੇ ਭੀਸ਼ਮ ਪਿਤਾਮੀ ਦਾ ਸਾਰਾ ਹੀ ਸਰੀਰ ਤੀਰਾਂ ਦੇ ਨਾਲ ਵਿੰਨ੍ਹ ਦਿੱਤਾ ਸੀ। ਜਦ ਭੀਸ਼ਮ ਪਿਤਾਮਾ ਰਾਤੋਂ ਹੇਠਾਂ ਡਿੱਗਾ ਤਾਂ ਡਿੱਗਣ ਨਾਲ ਵੀ ਉਸਦਾ ਸਰੀਰ ਧਰਤੀ ਨਾਲ ਸਪਰਸ਼ ਨਾ ਕਰ ਸਕਿਆ, ਕਿਉਂਕਿ ਉਹਦੇ ਸਰੀਰ ਦੇ ਵਿੱਚ ਤੀਰ ਹੀ ਇੰਨੇ ਵੱਜ ਚੁੱਕੇ ਸਨ, ਤੀਰ ਹੀ ਤੀਰ ਚੁਭੇ ਹੋਏ ਸਨ। ਉਹਨੇ ਡਿੱਗਦੇ ਡਿੱਗਦੇ ਨੇ ਵੇਖਿਆ ਕਿ ਸੂਰਜ ਅਜੇ ਦਖਨਾਇਨ ਵਿੱਚ ਸੀ, ਜੋ ਮੌਤ ਲਈ ਉੱਤਮ ਸਮਾਂ ਨਹੀਂ ਹੈ। ਜੋਗਾ ਅਭਿਆਸੀ ਸੀਗਾ, ਜੋਗੀ ਬੜਾ ਸੋਚ ਵਿਚਾਰ ਕੇ ਤੇ ਫਿਰ ਸਰੀਰ ਤਿਆਗਦੇ। ਇਹ ਵਿਚਾਰ ਕਰਕੇ ਉਹਨੇ ਆਪਣੀ ਚੇਤਨਾ ਨੂੰ ਠੀਕ ਰੱਖਿਆ ਅਤੇ ਉੱਥੇ ਬਾਣਾਂ ਦੀ ਸੇਜਾ ਦੇ ਉੱਪਰ ਹੀ ਕਹਿੰਦੇ ਪਿਆ ਰਿਹਾ, ਕਿਉਂਕਿ ਜਿੰਨਾ ਚਿਰ ਸੂਰਜ ਅਜੇ ਦੱਖਣ ਵੱਲ ਸੀ ਉਹਨਾਂ ਚਿਰ ਇਹ ਸਰੀਰ ਛੱਡਣ ਨਹੀਂ ਚਾਹੁੰਦਾ ਸੀ।
क्योंकि कर्मकांड ਦੇ ਵਿੱਚ ਲਿਖਿਆ ਹੋਇਆ ਹੈ कि जब उत्तरायण वाल सूरज होवे जे उदों शरीर छड़ीए तो स्वर्ग में जाईदा या जोगी जन नूं हमेशा ही देश काल वस्तु की अपेक्षा बनी रहिंदी है। जेकर सूरज दखनायन में होवे तो योगी जन अपने प्राणों नूं नहीं त्यागदे। सो 5 महीने के करीब उस तीरां की सेजा ते भीष्म पितामह बिराजिया। जिस वक्त भीष्म पितामह नूं कोई सुरत आई तद भीष्म पितामह ने दुर्योधन नूं याद किया तो उधरों दुर्योधन नूं भी मिलने की इच्छा हुई कि मैं भीष्म नूं मिला। या जदों दुर्योधन नूं पता लग्या कि भीष्म पितामह बाणां की सेजा तो डिग पिया तो दुर्योधन खबर लैण वास्ते गया। उस वेले जो 48 कोह दे विच कुरुक्षेत्र की धरती है, 48 कोह ਉਹਦੇ ਵਿੱਚ ਦੁਰਯੋਧਨ ਦਾ ਨਿਵਾਸ ਸੀਗਾ। ਆਪ ਜਿੱਥੇ ਭੀਸ਼ਮ ਪਿਤਾਮਹ ਜੀ ਤੀਰਾਂ ਦੀ ਸੇਜਾ 'ਤੇ ਪਏ ਹੋਏ ਸੀ ਉੱਥੋਂ 48 ਕੋਹ 'ਤੇ ਦੁਰਯੋਧਨ ਦਾ ਨਿਵਾਸ ਸੀ ਜਿੱਥੇ ਉਹ ਰਹਿੰਦਾ ਸੀ। ਜਿਸ ਵਕਤ ਦੁਰਯੋਧਨ ਨੇ ਭੀਸ਼ਮ ਪਿਤਾਮਹ ਦੇ ਕੋਲ ਜਾਣ ਦਾ ਖਿਆਲ ਕੀਤਾ ਉਸ ਵੇਲੇ ਗਰਮੀ ਦਾ ਸਮਾਂ ਹੋਣ ਕਰਕੇ ਧੁੱਪ ਦਾ ਬੜਾ ਜ਼ੋਰ ਸੀ। ਜਿੰਨੇ ਛੋਟੇ ਵੱਡੇ ਰਾਜਿਆਂ ਦੀ ਸੈਨਾ ਸੀ सारी सैना ने 48 को छतरां दीयां छावां कर दित्तियां। वो छतर केवल राजे ही लैके खड़े, कोई सेवक नहीं सीगा। मतलब इन्ने राजे दुर्योधन के पक्ष विच सीगे। श्री दसम ग्रंथ के अंदर अकाल उस्तत दे विच कलगीधर ने बचन कीता कहंदे जोगी जति ब्रह्मचारी बड़े बड़े छत्र धारी छत्र ही की छाया कई कोस लो चलत है। दुनिया नूं नासवंत दसदिया इत्थे दुर्योधन वाल गुरु गोबिंद सिंह ने इशारा किया कि बड़े बड़े छत्रधारी दुर्योधन वर्गे जिहड़े 48 को छत्र की छां हेठ चलते गए। जदों सारी सैना ने 48 कोहां में छत्रां की छां की तो उस छां के हेठ हेठा राजा दुर्योधन भीष्म पितामह के पास पहुँच गया। अगली पंक्ति दे विच भी यही गल स्पष्ट की है। 12 योजन छतर चलै जो दुर्योधन 12 योजन यानी 1 योजन दे विच 4 कोह हुंदे ने ते बाहरों चौक 48 कोह। 1 कोह दे विच 2 मील हुंदे ने। मील किलोमीटर तो वड्डे हुंदे ने। अमेरिका दे विच ते कैनेडा दे विच मील ही चलते हैं। जे मैं भुलदा ना होवां इंग्लैंड दे विच भी मील ही चलते हैं। 6.5 किलोमीटर के नाल जो सफ़र तय किया जाता है। सो 48 को यानी 40 ते 40 80 ते 8 8 16 56 मील छतरां की छां दे विच ये दुर्योधन चलिया सी। जिस वेले दुर्योधन जंग होने तो पहला देखन चलिया कि मेरे अधीन किन्ने कु राजे ने तो 48 कोहां दे विच केवल छोटे वड्डे राजियां ने छत्र फड़ के दुर्योधन का स्वागत किया। विद्वानां दे विच इस प्रकार भी ये मन्निया है कि उस वेले दुर्योधन के सिर उत्ते ही छत्र सीगा। बाकी जिन्ने छोटे वड्डे राजे दुर्योधन के सामने अपने सिर के उत्ते छत्र नहीं सी ताणदे क्योंकि जद वड्डे महाराजे के कोल जाइए तो जिहड़े छोटे हुंदे ने वो बिना छत्रां तो चलते हैं। श्री गुरु ग्रंथ साहिब जी साडे शहनशाह पिता महाराज सच्चे पातशाह जी हैं। कोई भी वड्डे तो वड्डा आवे गुरु घर की मर्यादा है कि चरण गंगा तो अगे वो छतरी आदक या सिर के उपर कुछ लैके नहीं आ सकता। सचखंड श्री हरमंदर साहिब श्री दरबार साहिब दीयां परिक्रमा दे विच भी चलन की यही मर्यादा है कि जिन्नी मर्जी बारिश पैंदी होवे जिन्नी मर्जी धुप लगी होवे कई धुप तो बचन वास्ते भी कई बारिश तो बचन वास्ते छोटियां छतरियां लेंदे ने
ਗੁਰੂ ਘਰ ਦੀਆਂ ਪਰਿਕਰਮਾ ਦੇ ਵਿੱਚ ਛਤਰੀ ਲੈ ਕੇ ਚੱਲਣ ਦੀ ਆਗਿਆ ਨਹੀਂ ਹੈ। ਮਹਾਂਪੁਰਖ ਤਾਂ ਇੱਥੋਂ ਤੱਕ ਜਥੇ ਦੇ ਸਿੰਘਾਂ ਨੂੰ ਸਮਝਾਉਂਦੇ ਹੁੰਦੇ ਕਿ ਜਦ ਵੀ ਗੁਰੂ ਘਰ ਆਓ, ਠੰਡ ਦੇ ਦਿਨਾਂ ਦੇ ਵਿੱਚ ਕਈ ਵਾਰ ਅਣਭੋਲ ਹੀ ਆਪਾਂ ਦਸਤਾਰ ਦੇ ਉੱਪਰ ਲੋਈ ਆਦਿਕ, ਕੰਬਲ ਆਦਿਕ ਲੈ ਕੇ ਆਉਂਦੇ ਹਾਂ, ਅਤੇ ਉਹ ਦਸਤਾਰ ਦੇ ਉੱਪਰ ਦੀ ਉਹ ਵੀ ਲਵਾ ਦਿੰਦੇ। ਅਤੇ ਕਹਿੰਦੇ ਦਸਤਾਰ 'ਤੇ ਕੋਈ ਵੱਖਰਾ ਕੱਪੜਾ ਨਹੀਂ ਹੋਣਾ ਚਾਹੀਦਾ, ਉੱਪਰ ਦੀ ਪਾਸੇ ਥਾਣੀ ਆਹ ਜੇ ਪਰਨਾ ਦੇ ਗਲ ਦੇ ਵਿੱਚ ਪਾਓ, ਨਾ ਕਿ ਬੀਬੀਆਂ ਵਾਂਗ ਚੁੰਨੀ ਆਦਿਕ ਲਾਓ। ਇੱਕ ਤਾਂ ਉਹੀ ਬੀਬੀਆਂ ਦਾ ਸਰੂਪ ਬਣ ਜਾਂਦਾ, ਦੁਪੱਟਾ ਆਦਿਕ ਸਿਰ 'ਤੇ ਲਾਓ, ਕਿਉਂਕਿ ਵੈਸੇ ਵੀ ਬੰਦਾ ਚੰਗਾ ਨਹੀਂ ਲੱਗਦਾ। ਇੱਕ ਉਵੇਂ ਅਰਦਾਸ ਦੇ ਵਿੱਚ ਮੁਗੜ ਜਿਹਾ ਮਾਰ ਕੇ ਖਲੋਤਾ ਹੋਵੇ, ਇਕੱਠਾ ਮੁੱਠਾ ਜਿਹਾ ਹੋ ਕੇ, ਜਿਸ ਤਰ੍ਹਾਂ ਸੁੱਤਾ ਉੱਠਿਆ ਆਇਆ ਹੁੰਦਾ, ਵੇਖਣ ਨੂੰ ਵੈਸੇ ਵੀ ਚੰਗਾ ਨਹੀਂ ਲੱਗਦਾ। ਹੱਥ ਜੋੜ ਕੇ ਜੇ ਕੰਬਲ ਦੇ ਜਾਂ ਲੋਈ ਦੇ ਵਿੱਚ ਕਰੀਏ ਅਤੇ ਤਾਂ ਵੀ ਸਤਿਕਾਰ ਨਹੀਂ, ਹੱਥ ਬਾਹਰ ਕੱਢ ਕੇ ਅਰਦਾਸ ਦੇ ਵਿੱਚ ਜੁੜਨ ਦੀ ਆਗਿਆ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਨ। ਇੰਝ ਇਹ ਦੁਰਯੋਧਨ ਬਾਬਤ ਜ਼ਿਕਰ ਆਉਂਦਾ ਹੈ। ਸੋ ਭਗਤ ਨਾਮਦੇਵ ਜੀ ਕਥਨ ਕਰਦੇ ਹਨ, ਮੇਰੀ ਮੇਰੀ ਕਾਇਰੋਂ ਕਰਤੇ। ਦੁਰਯੋਧਨ ਜਿਹੜੇ 100 ਭਰਾ ਸੀ ਕੈਰਮ, ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਕਰਦਿਆਂ ਹੀ ਉਹ ਮਾਰੇ ਗਏ। ਦੁਰਯੋਧਨ ਸੇ ਭਾਈ, ਜਿਹੜੇ ਬਲ ਵਾਲੇ ਦੁਰਯੋਧਨ ਦੇ ਨਾਲ ਦੇ 100 ਭਰਾ ਸਨ। 12 ਜੋਜਨ ਸ਼ਤਰ ਚਲ ਥਾਰ। ਦੁਰਯੋਧਨ ਏਡਾ ਚੱਕਰਵਰਤੀ ਸੀਗਾ, ਏਡਾ ਬਲੀ ਸੀਗਾ ਕਿ ਰਾਜਿਆਂ ਦੇ ਪਕੜੇ ਹੋਏ ਸ਼ਤਰਾਂ ਦੀ ਛਾਂ ਹੇਠ 12 ਯੋਜਨ 48 ਕੋਹ ਯਾਨੀ 56 ਮੀਲ ਚੱਲਦਾ ਗਿਆ। ਦੇਹੀ ਗਿਰਜ ਨ ਖਾਈ। ਗਿਰਜ ਨਾ, ਜਿਸ ਤਰ੍ਹਾਂ ਸਿੰਘ ਨੇ ਨੰਨਾ ਵੱਖਰਾ ਕਰਕੇ ਪਾਠ ਕੀਤਾ ਹੈ, ਸੰਪਰਦਾਈ ਜਿਹੜੇ ਗਿਆਨੀ ਨੇ, ਪਾਠੀ ਸਿੰਘ ਨੇ, ਉਹ ਨੰਨਾ ਵੱਖਰਾ ਪਾਠ ਕਰਦੇ ਨੇ। ਕਈਆਂ ਸਰੂਪਾਂ ਦੇ ਵਿੱਚ ਗਿਰਜਨ ਪਾਠ ਵੀ ਹੁੰਦਾ ਹੈ, ਪਰ ਅਸੀਂ ਨੰਨਾ ਵੱਖਰਾ ਕਰਦੇ ਹਾਂ ਕਿ ਉਹਦੀ ਮਰੇ ਤੋਂ ਬਾਅਦ ਗਿਲਜਾਂ ਨੇ ਵੀ ਦੇਹ ਨਹੀਂ ਖਾਧੀ। ਉਹਦੀ ਜਿਹੜੀ ਕਾਇਆ ਸੀਗੀ ਬੱਜਰ ਦੀ ਬਣ ਗਈ। ਪੱਥਰ ਨੂੰ ਕੌਣ ਖਾਂਦਾ? ਮਾਸ ਹੀ ਕੋਈ ਖਾਂਦਾ ਹੈ। ਦੇਹ ਹੀ ਪੱਥਰ ਦੀ ਬਣ ਗਈ, ਬੱਜਰ ਦੀ ਬਣ ਗਈ। ਬੱਜਰ ਦੀ ਦੇਹ ਜਾਣ ਕੇ ਗਿਲਜਾਂ ਨੇ ਵੀ ਨਹੀਂ ਖਾਧੀ। ਇਸੇ ਪ੍ਰਕਾਰ ਦੇਹ ਗਿਰਜ ਨਾ ਖਾਈ। ਉਸ ਦੀ ਦੇਹ ਹੀ ਗਿਰਜਾਂ ਨੇ ਵੀ ਹੰਕਾਰੀ ਅਤੇ ਅਕਿਰਤ ਕਿਰਤ ਕਣ ਜਾਣ ਕੇ ਨਾ ਖਾਧੇ, ਕਿਉਂਕਿ ਉਹਨੇ ਆਪਣੀ ਸਭਾ ਦੇ ਵਿੱਚ ਦ੍ਰੋਪਦੀ ਦੇ ਕੱਪੜੇ ਉਤਾਰਨ ਦਾ ਘੋਰ ਪਾਪ ਕੀਤਾ ਸੀ। ਕਿਸੇ ਵੀ ਬੀਬੀ ਦੀ ਬੇਅਦਬੀ ਦਾ ਬਹੁਤ ਵੱਡਾ ਪਾਪ ਹੈ। ਇਹ ਪਾਪੀ ਜਾਣਗੇ ਗਿਲਜਾਂ ਨੇ ਵੀ ਇਹਦੀ ਦੇਹ ਹੀ ਨਾ ਖਾਧੇ, ਕਿਉਂਕਿ ਦੁਨੀਆ ਵਿੱਚ ਇਹ ਰਿਵਾਜ ਹੈ ਕਿ ਜੋ ਹੰਕਾਰੀ ਪੁਰਖ ਅਤੇ ਅਕਿਰਤ ਕਣ ਹੁੰਦਾ ਹੈ, ਉਸ ਦੀ ਦੇਹ ਕੁੱਤਿਆਂ ਦੇ ਵਾਂਗ ਰੁਲਦੀ ਰਹਿੰਦੀ ਹੈ। ਅਤੇ ਕਾਂ, ਕੁੱਤੇ, ਗਿਲਜਾਂ ਆਦਿਕ ਕੋਈ ਵੀ ਉਸ ਦੀ ਦੇਹ ਨੂੰ ਨਹੀਂ ਖਾਂਦੇ। ਜੇ ਆਪਾਂ ਗਿਰਜਨ ਪਾਠ ਮੰਨੀਏ, ਉਹ ਵੀ ਅਰਥ ਸਰਵਣ ਕਰੋ। ਦੇਹ ਗਿਰਜਨ ਖਾਈ। ਜਿਹੜੇ ਗੁਰਮੁਖ ਪਿਆਰੇ ਗਿਰਜਨ ਪਾਠ ਕਰਦੇ ਨੇ, ਉਹਦਾ ਅਰਥ ਇਹ ਬਣੇਗਾ ਕਿ ਉਸ ਦੁਰਯੋਧਨ ਦੀ ਦੇਹ ਗਿਲਜਾਂ ਨਹੀਂ ਖਾਧੀ। ਜਿਸ ਵੇਲੇ ਦੁਰਯੋਧਨ ਨੇ ਸੁਣਿਆ ਕਿ ਮੈਨੂੰ ਪਾਂਡਵਾਂ ਦੇ ਭਰਾ ਭੀਮਸੈਨ ਨੇ ਮਾਰਨਾ ਹੈ, ਤਾਂ ਉਸ ਸਮੇਂ ਦੁਰਯੋਧਨ ਨੇ ਸਤਵਾਦੀ ਯੁਧਿਸ਼ਠਿਰ ਦੇ ਕੋਲ ਆ ਕੇ ਪ੍ਰਾਰਥਨਾ ਕੀਤੀ, ਇਹ ਰਾਜਨ ਮੇਰਾ ਵੈਰੀ ਤੂੰ ਕਿਵੇਂ ਬਚਾ ਹੋ ਸਕਦਾ। ਤਾਂ ਉਸ ਵੇਲੇ ਸਤਵਾਦੀ ਯੁਧਿਸ਼ਠਿਰ ਨੇ ਦੁਰਯੋਧਨ ਨੂੰ ਕਿਹਾ ਕਿ ਤੇਰੀ ਮਾਤਾ ਗੰਧਾਰੀ ਪਤੀਵਰਤਾ ਧਰਮ ਵਾਲੀ ਹੈ, ਕਿਉਂਕਿ ਜਦ ਤੇਰੀ ਮਾਤਾ ਦਾ ਤੇਰੇ ਪਿਤਾ ਨਾਲ ਵਿਵਾਹ ਹੋਇਆ ਸੀ ਅਤੇ ਉਹ ਆਪਣੇ ਪਤੀ ਦੇਵ ਨੂੰ ਅੱਖਾਂ ਦੋਨਾਂ ਵੇਖ ਕੇ ਉਹਨੇ ਪ੍ਰਣ ਕੀਤਾ ਸੀ ਕਿ ਜੇਕਰ ਮੇਰਾ ਪਤੀ ਨਹੀਂ ਕੁਝ ਵੇਖ ਸਕਦਾ ਤਾਂ ਮੈਂ ਵੀ ਕਿਸੇ ਵੱਲ ਨਹੀਂ ਤੱਕਣਾ। ਜਿਸ ਕਾਰਨ ਤੇਰੀ ਮਾਤਾ ਨੇ ਆਪਣੀ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ
इस करके तेरी माता की दृष्टि सत वाली है। जेकर उसकी निगाह तेरे शरीर के उपर पवे तेरी देह बजर दी हो जाएगी, जिस करके फिर तेन कोई वस्त्र के शस्त्र के प्रहार नाल मार नहीं सकेगा। ये गल सुन के राजा दुर्योधन ने अपनी माता को जाके बेनती की कि माता जी कहती दस पुत की है, बड़ा डरिया होया, बड़ा घबराया होया है। कहने लगा माता जी इस वक्त मेरे ते भारी मुसीबत आ गई, तू मेरी माँ है तो मैनू बचा। कहती दस पुत मैं की तेरी मदद कर सकती हाँ। उस मुसीबत नूं कहंदा भी तेरे तो बगैर होर कोई दूर नहीं कर सकता। कहती पुत दस तो सही, मैं तेरे तो जान वार दियाँ, तू तो अतरथी सूरमा है, तेरे विच 100 हाथियां जिन्ना बल है, तू तो वड्डिया वड्डिया नूं घुमा सकदा, तू क्यों डरदा पिया, दस की गल है। कहंदा अज मैनूं तेरी दया की लोड़ है। जिस वेले मैं तेरे अगों वस्त्रां तो हीना होके लंघा तो तू अपनी अखां तो पट्टी खोल के मेरे ते मेहर की निगाह नाल तक देवी, जिस ते मेरी देह बजर दी हो जाए। कहन लगी पुत ये गल तो तू बड़ी माड़ी कीती हो, ये अणहोई बात है। छोटे छोटे न्याणे बच्चे तो हमेशा ही मावां दियां गोदां दे विच खेडदे ने, विच ही गूह मूत आदि करते हैं तो मावां साਂਭਦੀਆਂ, कोई बिना ही कपड़ियां तो तुरे फिरदे, मावां नूं कोई निंद विचार नहीं, नहाउंदियां धवाउंदियां उन्हां दे कपड़े पाउंदियां। छोटी उम्र तो हमेशा ही वो प्यार नाल चुमदियां चटदियां, पर वड्डे हो के तो इस तरह नहीं हो सकता। ये गल नहीं बनती, कुछ होर दस। कहन लगा माँ तू मेरी माँ नहीं कि तू मेरा जीवन नहीं चाहती? मेरा जीवन तेरे हथ दे विच, जे तू मैनू बचाना चाहती है तो मेरी हथ बन के बेनती है भी मैनू बचा ला, मेरे ते मेहर की निगाह पा सारे शरीर के उपर, जब मैं कपड़ियां तो ही ना होवां, कपड़े ला के तेरे सामने आवांगा। कहन लगी पुत तेरे प्यो की शादी के वक्त जब मैं उहदे नाल विआही गई तो मैं प्रण किया सी भी किसी गैर मर्द नूं अखां नाल नहीं वेखांगी, तू मेरा धर्म तोड़ रहा। चलो कोई नहीं, है तो पुत्र ही, जिवें तू क्या इसी तरह ही होवेगा। जब इस गल का कृष्ण महाराज नूं पता लग्या कि युधिष्ठिर ने दुर्योधन नूं मरण तो बचन का सही उपाय दस दिता है, तो कृष्ण जी ने विचारिया कि बड़ा माड़ा काम हो गया, ये तो पापी जिउंदा रह गया, तो वक्त पा रखेगा। उस वेले श्री कृष्ण जी उतों तुर पे, क्योंकि जिहड़े जंग ने जंग वो केवल बल दे नाल या शस्त्रां नाल नहीं जिते जाते, वो बुद्धि दे नाल जिते जाते हैं, नीति नाल जिते जाते हैं। इस तरह कृष्ण जी बड़े दिमागी सी। राज दुर्योधन नूं मिल पे, पुछन लगे राजन आप कित्थे जा रहे हो? तो दुर्योधन ने भूआ का पुत सका भरा होने करके ये गल सुना दी, दस दिता कि मैं अपनी माँ के कोल जा रही हाँ। तो कृष्ण जी ने मखौल नाल कहा हे राजन तू माँ के कोल क्यों जा रही हाँ? कहंदा इसलिए जा रही हाँ। कहंदे मूर्खा शर्म कर, बचपन तो कोई हर्ज नहीं होंदा, पर नौजवान अवस्था अपनी माँ को अपना नंगेज दिखाना कुछ तो सोच। तैनूं शास्त्रां दे विच उग्र पाप किया तो तू राजा हो के बयान न्याय वाली गल कर रहा, पता नहीं तू किहड़े नरक च पएगा। मैं तो हैरान हाँ तुहाडे वर्गे लोगों दे, कुछ तो सोचो। तो माड़ा मोटा सरदा बनता तो अपना नंगेज ढक ला, जे सारा नहीं ढकना। ये गल सुन के दुर्योधन सोची पै गया
ਤਾਂ ਕ੍ਰਿਸ਼ਨ ਜੀ ਨੇ ਕਿਹਾ, ਹੇ ਰਾਜਨ, ਵੀ ਜੇ ਤੂੰ ਜ਼ਰੂਰੀ ਜਾਣਾ ਤਾਂ ਆਪਣੇ ਨੰਗੇਜ ਨੂੰ ਫੁੱਲਾਂ ਦੀ ਮਾਲਾ ਨਾਲ ਢੱਕ ਕੇ ਜਾ, ਸਰਦਾ ਬਣਦਾ ਹਿੱਸਾ। ਉਸ ਵੇਲੇ ਦੁਰਯੋਧਨ ਨੇ ਕ੍ਰਿਸ਼ਨ ਜੀ ਦੇ ਕਹੇ ਤੋਂ ਫੁੱਲਾਂ ਦੀ ਮਾਲਾ ਮੰਗਵਾ ਕੇ ਅਤੇ ਆਪਣਾ ਸਰਦਾ ਬਣਦਾ ਹਿੱਸਾ ਨੰਗੇਜ ਢੱਕ ਲਿਆ ਅਤੇ ਆਪਣੀ ਮਾਤਾ ਦੇ ਅੱਗੋਂ ਦੀ ਜਦ ਲੰਘਿਆ ਅਤੇ ਮਾਤਾ ਦੀ ਨਿਗਾਹ ਪੈਣ ਨਾਲ ਉਸੇ ਵੇਲੇ ਦੁਰਯੋਧਨ ਦਾ ਸਾਰਾ ਹੀ ਸਰੀਰ ਬੱਜਰਦਾਰ ਹੋ ਗਿਆ, ਪਰ ਜਿੱਥੇ ਜਿੱਥੇ ਫੁੱਲਾਂ ਦੀ ਮਾਲਾ ਸੀਗੀ ਉੱਥੇ ਨਰਮ ਰਿਹਾ, ਮਾਸ ਦਾ ਰਿਹਾ, ਬੱਜਰ ਦਾ ਨਾ ਰਿਹਾ। ਮਾਤਾ ਕਹਿੰਦੀ, ਓਹੋ ਤੂੰ ਮਾੜਾ ਕੀਤਾ, ਮੇਰਾ ਧਰਮ ਵੀ ਤੋੜਿਆ ਅਤੇ ਨਿਗਾਹ ਵੀ ਨਹੀਂ ਪਵਾਈ। ਉਹ ਮੂਰਖਾ, ਮਾਂ ਤੋਂ ਕਾਹਦੀ ਸ਼ਰਮ ਕਰਨੀ ਸੀ, ਮੈਂ ਤਾਂ ਤੇਰੀ ਮਾਂ ਹਾਂ। ਜਾਂ ਤਾਂ ਮੇਰੀ ਪੱਟੀ ਨਾ ਖਿਲਾਉਂਦਾ, ਧਰਮ ਨਾ ਤੋੜਦਾ। ਜੇ ਧਰਮ ਤੋੜਿਆ ਫਿਰ ਸ਼ਰਮ ਕਿਉਂ ਕੀਤੀ ਤੂੰ ਮਾਂ ਤੋਂ? ਜਾ, ਹੁਣ ਕੁਦਰਤ ਦੇ ਕੀਤੇ ਮੁਤਾਬਕ ਹੋਏਗਾ। ਮਤਲਬ ਜਿੱਥੋਂ ਖੱਚਾ ਰਹਿ ਗਿਆ, ਫਿਰ ਉਸੇ ਥਾਂ ਤੋਂ ਭੀਮ ਸੈਨ ਨੇ ਗੁਰਜ ਦੇ ਨਾਲ ਇਹਨੂੰ ਚਿੱਪ ਸੁੱਟਿਆ, ਭੰਨ ਸੁੱਟਿਆ ਸੀ। ਅਤੇ ਕ੍ਰਿਸ਼ਨ ਜੀ ਦੇ ਇਸ਼ਾਰਾ ਕਰਨ ਤੋਂ ਉਹਨੇ ਤੀਲਾ ਤੋੜ ਕੇ ਜਦ ਇਸ਼ਾਰਾ ਕੀਤਾ ਅਤੇ ਫੜ ਕੇ ਇਹਨੂੰ ਲੱਤਾਂ ਤੋਂ 2 ਹਿੱਸੇ ਕਰ ਦਿੱਤਾ। ਇਉਂ ਨਾਮਦੇਵ ਜੀ ਕਹਿਣ ਲੱਗੇ, ਇਹ ਸ਼ਾਹੂਕਾਰ ਤੂੰ ਕੀ ਹੰਕਾਰ ਬਿਆਨ ਕਰਦਾ ਹੈ? 12 ਜੋਜਨ ਸ਼ਤਰ ਚਲੈ ਥਾ। 4 ਕੋ ਯੋਜਨ ਦਾ ਪ੍ਰਮਾਣ ਹੈ। ਅਰਥ ਵਿੱਚ 12 ਯੋਜਨ ਤੋਂ ਭਾਵ 48 ਕੋ ਆਪਾਂ ਲੈਂਦੇ ਹਾਂ। ਯੋਜਨ ਸ਼ਬਦ ਦੀ ਵਿਆਖਿਆ ਸਮਝਣ ਲਈ ਪ੍ਰਮਾਣ ਦਿੱਤੇ ਜਾਂਦੇ ਨੇ। ਅਸਲ ਦੇ ਵਿੱਚ ਯੋਜਨ ਦਾ ਮੂਲ ਜੋਤਨਾ ਹੈ। ਪੁਰਾਣੇ ਸਮੇਂ ਬਲਦਾਂ ਦੀ ਇੱਕ ਜੋਤ ਜਿੱਥੋਂ ਤੱਕ ਗੱਡਾ ਲੈ ਜਾਂਦੀ ਸੀ, ਉਨੀ ਲੰਬਾਈ ਯੋਜਨ ਆਖੀ ਜਾਂਦੀ ਸੀ। ਕੋਹ ਅਤੇ ਯੋਜਨ ਦੇ ਭੇਦ ਦੇਸ਼ ਦੀ ਹਾਲਤ ਅਨੁਸਾਰ ਹੋਇਆ ਕਰਦੇ ਨੇ। ਮਗਧ ਵਾਲਿਆਂ ਨੇ 16,000 ਹੱਥ ਯਾਨੀ 8,000 ਗਜ਼ ਦਾ ਯੋਜਨ ਮੰਨਿਆ। ਲੀਲਾਵਤੀ ਦੇ ਨਾਮ ਉੱਤੇ ਬਣਾਇਆ ਭਾਸਕਰਾਚਾਰਿਆ ਦੇ ਹਿਸਾਬ ਦਾ ਗ੍ਰੰਥ, ਜੋ ਸਿਧਾਂਤ ਸ਼੍ਰੋਮਣੀ ਦਾ ਪਹਿਲਾ ਖੰਡ ਹੈ, ਉਹਦੇ ਵਿੱਚ 32,000 ਹੱਥ ਦਾ ਯੋਜਨ ਲਿਖਿਆ। ਚੀਨੀ ਯਾਤਰੀਆਂ ਨੇ 16 ਲੀ ਅਤੇ ਲੀ ਅਤੇ 40 ਲੀ ਦਾ ਯੋਜਨ ਦੱਸਿਆ। ਕਨਿੰਗਮ ਦੇ ਲੇਖ ਅਨੁਸਾਰ 6 ਲੀ ਦਾ 1 ਮੀਲ ਹੁੰਦਾ ਹੈ। ਇੰਜ 12 ਯੋਜਨ 48 ਕੋ 56 ਮੀਲ ਇਹ ਸ਼ਤਰਾਂ ਦੀ ਛਾਂ ਹੇਠ ਚੱਲਦਾ ਰਿਹਾ। ਗਿਰਜ ਨਾ ਖਾਈ। ਗਿਰਜ ਇੱਕ ਗਿੱਧ ਪੰਛੀ ਹੈ ਜੋ ਮਾਸ ਖਾਣ ਦਾ ਲੋਭੀ ਪੰਛੀ ਹੈ। ਇਹਦਾ ਸਿਰ ਲਾਲ ਰੰਗ ਦਾ, ਖੰਭ ਕਾਲੇ ਹੁੰਦੇ ਨੇ, ਚੁੰਝ ਮੁੜਵੀ ਨੋਕਦਾਰ ਹੁੰਦੀ ਹੈ ਅਤੇ ਬਹੁਤ ਤਿੱਖੀ ਹੁੰਦੀ ਹੈ। ਇਹਦੀ ਨਜ਼ਰ ਬੜੀ ਤੇਜ਼ ਹੁੰਦੀ ਹੈ। ਕੀ ਫਲਾਣਿਆ, ਤੇਰੀ ਨਿਗਾਹ ਤਾਂ ਕਾਂ ਵਰਗੀ ਹੈ ਜਾਂ ਇੱਲ ਵਰਗੀ ਹੈ। ਆਕਾਸ਼ ਵਿੱਚ ਉੱਡਦਾ ਹੋਇਆ ਇਹ ਪੰਛੀ ਬਹੁਤ ਦੂਰੋਂ ਮੁਰਦਾਰ ਨੂੰ ਵੇਖ ਕੇ ਖਾਣ ਲਈ ਨੀਚੇ ਆਉਂਦਾ ਹੈ। ਜੋ ਹੱਡਾ ਰੋੜੀ 'ਤੇ ਜ਼ਿਆਦਾ ਇਹ ਪੰਛੀ ਵੇਖੇ ਜਾਂਦੇ ਨੇ। ਗਿੱਧ ਆਪ ਸ਼ਿਕਾਰ ਨਹੀਂ ਕਰਦਾ, ਕੇਵਲ ਮੁਰਦਾਰ 'ਤੇ ਹੀ ਗੁਜ਼ਾਰਾ ਕਰਦਾ ਹੈ। ਜਿਸ ਦਿਨ ਮਰਿਆ ਤਾਂ ਪਾਪੀ ਜਾਣ ਕੇ ਜਾਂ ਬੱਜਰ ਦੀ ਦੇਹੀ ਜਾਣ ਕੇ ਦੁਰਯੋਧਨ ਦੀ ਗਿਲ ਜਾਣੀ ਵੀ ਨਹੀਂ ਖਾਧੀ, ਉਹਨਾਂ ਵੀ ਮੂੰਹ ਨਹੀਂ ਲਾਇਆ। ਸਰਬ ਸੈਨ ਕੀ ਲੰਕਾ ਹੋਤੀ। ਇਹ ਸ਼ਾਹੂਕਾਰ ਤੂੰ ਹੋਰ ਸੁਣ, ਜਿਸ ਰਾਵਣ ਦੀ ਸਾਰੀ ਲੰਕਾ ਹੀ ਸੋਨੇ ਦੀ ਹੁੰਦੀ ਸੀ। ਰਾਵਣ ਸੇ ਅਧਿਕਾਈ। ਉਸ ਰਾਵਣ ਤੋਂ ਹੋਰ ਵੀ ਅਧਿਕ ਤੋਂ ਅਧਿਕ ਬਲੀ ਸਨ। ਜਾਂ ਰਾਵਣ ਤੋਂ ਅਧਿਕ ਕੌਣ ਹੋ ਸਕਦਾ ਹੈ? ਹੁੰਦੀ ਸੀ, ਉਹ ਨਹੀਂ ਰਿਹਾ। ਤੇ ਫਿਰ ਹੇ ਸ਼ਾਹੂਕਾਰ, ਤੂੰ ਮੇਰੇ ਗਰੀਬ ਦੀ ਝੌਂਪੜੀ ਢਾਹ ਕੇ ਜਿਹੜੀ ਵੱਡੀ ਹਵੇਲੀ ਮੰਡਪ ਬਣਾਇਆ, ਤੇ ਕੀ ਤੂੰ ਇਹਦੇ ਵਿੱਚ ਰਹਿ ਜਾਏਗਾ? ਜਿੰਨੇ ਮਰਜ਼ੀ ਬੰਦਾ ਬੈਡਰੂਮ ਬਣਾ ਲੇ, ਕੋਈ ਕੰਮ ਥੋੜ੍ਹਾ ਉਹਦਾ। ਮਰੇ ਤੋਂ ਬਾਅਦ ਅਗਲੇ ਚੁੱਕ ਕੇ ਵਿਹੜੇ 'ਚ ਰੱਖ ਦਿੰਦੇ ਨੇ, ਉਹ ਵੀ 5-10 ਮਿੰਟ। ਭੂਆ ਨਹੀਂ ਆਈ, ਭੈਣ ਨਹੀਂ ਆਈ, ਫਲਾਣਾ ਨਹੀਂ ਆਇਆ, ਢੀਂਗੜਾ ਨਹੀਂ ਆਇਆ। ਜਦ ਸਾਰੇ ਹੀ ਆ ਜਾਣ ਅਤੇ ਫਿਰ ਉਹ ਵਿਹੜੇ ਦੇ ਵਿੱਚ ਹੀ ਨਵਾ ਨਵੋ ਕੇ ਬਾਹਰੋਂ ਬਾਹਰ ਹੀ ਲੈ ਜਾਂਦੇ ਨੇ। ਦੱਸ ਕੀ ਫਾਇਦਾ ਬੈਡਰੂਮਾਂ ਦਾ? ਇਸ ਲਈ ਵੱਡੇ ਵੱਡੇ ਰਾਵਣ ਵਰਗੇ
ਜਿਨ੍ਹਾਂ ਦੀ ਸਾਰੀ ਲੰਕਾ ਹੀ ਸੋਨੇ ਦੀ ਹੁੰਦੀ ਸੀ, ਉਹ ਨਹੀਂ ਰਹੇ। ਰਾਵਣ ਵਰਗੇ ਹੋਰ ਵੀ ਸਹੰਸਰ ਬਾਹੂ ਆਦਿਕ ਰਾਜੇ ਹੋਏ ਨੇ, ਜਿਨ੍ਹਾਂ ਦੀਆਂ ਹਜ਼ਾਰਾਂ ਬਾਹਾਂ ਸਨ। ਅਰਥਾਤ ਜਦ ਰਾਵਣ ਸਹੰਸਰ ਬਾਹੂ ਦੇ ਕੋਲ ਗਿਆ ਸੀ ਤਾਂ ਉੱਥੇ ਸਹੰਸਰ ਬਾਹੂ ਦੇ ਪੁੱਤਰਾਂ ਨੇ ਦੀਪਟੀ ਬਣਾ ਕੇ ਸਿਰ ਉੱਤੇ ਦੀਵੇ ਜਗਾ ਕੇ ਇਹਨੂੰ ਜਲੀਲ ਕੀਤਾ। ਤਾਂ ਉੱਥੋਂ ਰਾਵਣ ਦੀਵੇ ਸੁੱਟ ਕੇ ਭੱਜ ਆਇਆ ਸੀ। ਇਸੇ ਪ੍ਰਕਾਰ ਬਾਲੀ ਨੇ ਰਾਵਣ ਨੂੰ ਆਪਣੀ ਕੱਛ ਵਿੱਚ ਲੈ ਕੇ ਬਲਹੀਨ ਕਰ ਦਿੱਤਾ ਸੀ, ਮਤਲਬ ਰਾਵਣ ਤੋਂ ਵੀ ਵੱਡੇ ਹੋਏ ਨੇ। ਅਤੇ ਬਲ ਰਾਜੇ ਨੇ ਰਾਵਣ ਨੂੰ ਗੰਦੀ ਜਗ੍ਹਾ ਪਖਾਨੇ 'ਚ ਕੈਦ ਕਰ ਦਿੱਤਾ ਸੀ। ਕਿਉਂ ਰਾਵਣ ਤੋਂ ਵੱਡੇ ਹੋਰ ਵੀ ਅਨੇਕਾਂ ਸੂਰਮੇ ਹੋਏ ਨੇ, ਰਹੇ ਉਹ ਵੀ ਨਹੀਂ ਹਨ। ਕਹਾਂ ਪਇਓ ਦਰ ਬੰਦੇ ਹਾਥੀ। ਕੀ ਹੋ ਗਿਆ? ਜੇਕਰ ਰਾਵਣ ਨੇ 4 ਕੁ ਦਿਨ ਆਪਣੇ ਦਰਵਾਜ਼ੇ ਦੇ ਹਾਥੀ ਆਦਿਕ ਬੰਨ ਲਏ। ਖੈਨ ਮਹ ਭਈ ਪਰਾਈ। ਪਰ ਰਾਵਣ ਦੀ ਸਾਰੀ ਲੰਕਾ ਇੱਕ ਛਿਣ ਦੇ ਵਿੱਚ ਹੀ ਬਗਾਨੀ ਹੋ ਗਈ। ਅਰਥਾਤ ਜਦ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਰਾਵਣ ਦੀ ਜੰਗ ਹੋਈ ਅਤੇ ਰਾਵਣ ਮ੍ਰਿਤੂ ਨੂੰ ਪ੍ਰਾਪਤ ਹੋ ਕੇ ਮੈਦਾਨੀ ਜੰਗ ਵਿੱਚ ਡਿੱਗਿਆ ਪਿਆ ਸੀ, ਤਾਂ ਉਸਦੀ ਪਤਨੀ ਜਿਹੜੀ ਮਦੋਦਰੀ ਹੈ, ਉਹਨੇ ਰਾਮ ਚੰਦਰ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਮੈਂ ਆਪਣੀ ਮਤ ਅਨੁਸਾਰ ਪਤੀ ਦੇ ਮੂੰਹ ਦੇ ਵਿੱਚ 4 ਰਤੀਆਂ ਸੋਨਾ ਪਾਉਣਾ ਹੈ, ਮੈਨੂੰ 4 ਰਤੀਆਂ ਸੋਨੇ ਦੀਆਂ ਦੇ ਦਿਓ। ਤਾਂ ਸ਼੍ਰੀ ਰਾਮ ਚੰਦਰ ਜੀ ਮਦੋਦਰੀ ਨੂੰ ਕਹਿਣ ਲੱਗੇ ਕਿ ਮੈਂ ਤਾਂ ਲੰਕਾ ਦਾ ਰਾਜ ਭੀਖਣ ਨੂੰ ਦੇ ਚੁੱਕਾ, ਤੁਸੀਂ ਭੀਖਣ ਤੋਂ 4 ਰਤੀਆਂ ਸੋਨਾ ਮੰਗ ਲਵੋ। ਤਾਂ ਮਦੋਦਰੀ ਨੇ ਭੀਖਣ ਨੂੰ ਆਪਣਾ ਸ਼ਰੀਕ ਜਾਣ ਕੇ ਸ਼ਰੀਕ ਦੇ ਕੋਲ ਹੱਥ ਅੱਡ ਕੇ ਮੰਗਣਾ ਚੰਗਾ ਨਾ ਸਮਝਿਆ, ਸੰਕੋਚ ਕੀਤਾ। ਰਾਵਣ ਦੇ ਮੂੰਹ ਦੇ ਵਿੱਚ ਪਾਉਣ ਨੂੰ ਵੇਖੋ ਜੀ, ਘਰ ਵਾਲੀ ਮਦੋਦਰੀ ਨੂੰ 4 ਰਤੀਆਂ ਸੋਨਾ ਵੀ ਨਹੀਂ ਸੀ ਮਿਲਿਆ। ਏਡੀ ਵੱਡੀ ਲੰਕਾ ਦਾ ਕੀ ਫਾਇਦਾ? ਇੱਕ ਤੇ ਰੱਖ ਕੇ ਬੰਦੇ ਨੇ ਮੜਨਾ, ਕੁਝ ਨਾਲ ਤਾਂ ਨਹੀਂ ਲੈ ਕੇ ਜਾਣਾ ਨਾ। ਇੱਕ ਛਿਣ ਦੇ ਵਿੱਚ ਹੀ ਸਾਰੀ ਲੰਕਾ ਬੇਗਾਨੀ ਹੋ ਗਈ ਅਤੇ ਤੂੰ ਨਿੱਕੀ ਜਿਹੀ ਹਵੇਲੀ ਦੇ ਮਾਣ ਕਰੀ ਫਿਰਦਾ। ਮੇਰੇ ਗਰੀਬ ਦੀ ਛਪਰੀ ਢਾਹ ਸੁੱਟੀ ਹੈ। ਇਹ ਗੱਲ ਸੁਣ ਕੇ ਉਹ ਸ਼ਾਹੂਕਾਰ ਨੇ ਕੁਝ ਭਗਤ ਨਾਮਦੇਵ ਜੀ ਨੂੰ ਹੰਕਾਰ ਦੇ ਵਿੱਚ ਮਖੌਲ ਕੀਤੇ। ਤਾਂ ਸੁਣ ਕੇ ਭਗਤ ਨਾਮਦੇਵ ਜੀ ਕਹਿਣ ਲੱਗੇ, ਦੁਰਬਾਸਾ ਸਿਉ ਕਰ ਤਠ ਗੌਰੀ। ਇਹ ਭਾਈ ਮਖੌਲ ਨਾ ਕਰ, ਮਖੌਲ ਆਪਦੇ ਹਾਣ ਪ੍ਰਾਣ ਨਾਲ ਚੰਗਾ ਲੱਗਦਾ। ਬਜ਼ੁਰਗਾਂ ਦੇ ਨਾਲ, ਸੰਤਾਂ ਭਗਤਾਂ ਗੁਰੂਆਂ ਪੀਰਾਂ ਅਤੇ ਵੈਰਾਗੀਆਂ ਦੇ ਸਾਧੂਆਂ ਦੇ ਨਾਲ ਮਖੌਲ ਨਹੀਂ ਫੱਬਦਾ। ਕਿਸੇ ਬੀਬੀ ਭੈਣ ਨੂੰ ਵੀ ਮਖੌਲ ਨਹੀਂ ਕਰੀਦਾ। ਇਸ ਵਾਸਤੇ ਤੂੰ ਮੇਰੇ ਗਰੀਬ ਨਾਲ ਕਿਉਂ ਮਖੌਲ ਕਰ ਰਿਹਾ? ਦੁਰਵਾਸ਼ਾ ਰਿਖੀ ਦੇ ਨਾਲ ਮਸ਼ਕਰੀ ਕਰਕੇ ਅਤੇ ਜਿਹੜੇ ਯਾਦਵ ਸੀ ਕਰੋੜਾਂ ਦੀ ਗਿਣਤੀ ਵਿੱਚ ਸਨ, ਫਲ ਪਾਏ। ਉਹਨਾਂ ਨੇ ਵੀ ਇਹ ਫਲ ਪਾਇਆ ਕਿ ਆਪਣੀ ਕੁਲ ਦਾ ਹੀ ਨਾਸ਼ ਕਰਵਾ ਬੈਠੇ। ਜਿਸ ਵੇਲੇ ਯਾਦਵ ਬੜੇ ਹੰਕਾਰੀ ਹੋ ਗਏ ਤਾਂ ਕ੍ਰਿਸ਼ਨ ਜੀ ਨੇ ਸੋਚਿਆ ਕਿ ਹੰਕਾਰੀ ਹੋ ਗਏ ਨੇ, ਜੇ ਇਹਨਾਂ ਦਾ ਹੁੰਦਿਆਂ ਨਾਸ਼ ਨਾ ਕੀਤਾ ਤਾਂ ਮੇਰੇ ਪਿੱਛੋਂ ਲੋਕਾਂ ਨੂੰ ਦੰਡ ਦੇਣਗੇ। ਇਸ ਖਿਆਲ ਨੂੰ ਲੈ ਕੇ ਵਿਭਾਸ ਖੇਤਰ ਵਿੱਚ ਦੁਰਵਾਸੀ ਆਦਿਕ ਰਿਖੀਆਂ ਦੀ ਕ੍ਰਿਸ਼ਨ ਜੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਉਂ ਜਦ 2-3 ਮਹੀਨੇ ਰਿਖੀਆਂ ਨੂੰ ਵਿਭਾਸ ਖੇਤਰ ਵਿੱਚ ਰਹਿੰਦਿਆਂ ਹੋ ਗਏ ਸਨ ਤਾਂ ਇੱਕ ਦਿਨ ਦੁਰਵਾਸ਼ਾ ਰਿਖੀ ਜੀ ਆਪਣੀ ਮੌਜ ਵਿੱਚ ਨਦੀ ਦੇ ਕਿਨਾਰੇ 'ਤੇ ਸਮਾਧੀ ਵਿੱਚ ਲਵਲੀਨ ਸਨ। ਜਦ ਯਾਦਵਾਂ ਨੂੰ ਪਤਾ ਲੱਗਾ ਕਿ ਕ੍ਰਿਸ਼ਨ ਜੀ ਦੇ ਗੁਰੂ ਜੀ ਆਏ ਨੇ ਤਾਂ ਉਸ ਵੇਲੇ ਸਾਰੇ ਯਾਦਵਾਂ ਨੇ ਰਲ ਕੇ ਜਾਮਵੰਤੀ ਦੇ ਪੁੱਤਰ ਸਾਂਬੇ ਨੂੰ, ਦਸਮ ਗ੍ਰੰਥ ਦੇ ਵਿੱਚ ਵੀ ਕਥਨ ਹੈ, ਕਲਗੀਧਰ ਜੀ ਨੇ ਕ੍ਰਿਸ਼ਨਾ ਅਵਤਾਰ ਦੇ ਵਿੱਚ ਲਿਖਿਆ ਹੈ, ਸਾਂਭ ਹੋਤੋ ਇੱਕ ਕਾਨ ਕੋ ਬਾਲਕ। ਕਾਨ ਦੀ ਕੁਲ ਦਾ ਇੱਕ ਬੱਚਾ ਸੀਗਾ ਸਾਂਭਾ ਨਾਮੇ। ਜਾਮਵੰਤੀ ਹੂੰ ਤੇ ਸੋ ਚੱਲ ਆਇਓ। ਜਿਹੜਾ ਜਾਮਵੰਤੀ ਦਾ ਪੁੱਤ ਸੀਗਾ, ਇਹਨੂੰ ਬੀਬੀਆਂ ਵਾਲੇ ਕੱਪੜੇ ਪਵਾ ਕੇ
ਤੇ ਬੀਬੀਆਂ ਦਾ ਰੂਪ ਇਹਦਾ ਬਣਾ ਕੇ ਤੇ ਸੁੰਦਰ ਇਸਤਰੀ ਬਣਾ ਦਿੱਤਾ। ਤੇ ਇਹਦੇ ਪੇਟ ਦੇ ਨਾਲ ਲੋਹੇ ਦਾ ਬਾਟਾ, ਜਿਹਨੂੰ ਤੁਸੀਂ ਤਸਲਾ ਕਹਿੰਦੇ ਹੋ, ਇਹ ਬੰਨ੍ਹ ਕੇ ਦੁਰਵਾਸਾ ਰਿਸ਼ੀ ਦੇ ਕੋਲ ਚਲੇ ਗਏ। ਦੁਰਵਾਸਾ ਰਿਸ਼ੀ ਨੂੰ ਬੰਦਨਾ ਕਰਕੇ ਬੇਨਤੀ ਕੀਤੀ ਕਿ ਰਿਸ਼ੀ ਜੀ ਦੱਸੋ, ਇਸ ਗਰਭਵਤੀ ਔਰਤ ਦੇ ਪੇਟੋਂ ਕੀ ਹੋਵੇਗਾ, ਲੜਕਾ ਜਾਂ ਲੜਕੀ? ਰਿਸ਼ੀ ਮਹਾਰਾਜ ਪਹਿਲਾਂ ਤਾਂ ਚੁੱਪ ਰਹੇ। ਜਦ ਚੁੱਪ ਰਹੇ ਤਾਂ ਯਾਦਵ ਕਹਿਣ ਲੱਗੇ, ਰਿਸ਼ੀ ਜੀ ਤੁਸੀਂ ਕਾਹਦੇ ਸਰਬਾਗੋ? 3 ਮਹੀਨੇ ਹੋ ਗਏ ਸਾਡੇ ਨਿਉਂਦਾ ਖਾਂਦਿਆਂ, ਤੇ ਸਾਡੀ ਕੁਲ ਦਾ ਭਗਵਾਨ ਕ੍ਰਿਸ਼ਨ ਤੁਹਾਡੇ ਪੈਰ ਘੁੱਟ ਰਿਹਾ ਤੇ ਬਸ ਤੁਹਾਡੀ ਚੇਨੀਓ ਹੀ ਸਮਰੱਥਾ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਇਸ ਬੀਬੀ ਦੇ ਪੇਟੋਂ ਕੌਣ ਜਨਮ ਲਏਗਾ। ਤੁਸੀਂ ਦੱਸ ਹੀ ਨਹੀਂ ਸਕਦੇ, ਕੀ ਫਾਇਦਾ ਤੁਹਾਡੀ ਹੋਣ ਦਾ। ਦੁਰਵਾਸਾ ਜੀ ਨੇ ਫਿਰ ਵੀ ਕ੍ਰਿਸ਼ਨ ਜੀ ਦੇ ਪੁੱਤਰ ਜਾਣ ਕੇ ਕੁਝ ਨਾ ਕਿਹਾ, ਪਰੰਤੂ ਜਦੋਂ ਵਾਰ-ਵਾਰ ਕਹੀ ਗਏ ਹਾਸਾ ਮਖੌਲ ਆਪਣੇ ਹਾਣ ਦੇ ਨਾਲ ਕਰਨਾ ਚਾਹੀਦਾ, ਜਾਓ ਜਾ ਕੇ ਖੇਡੋ, ਮੈਨੂੰ ਜ਼ਿਆਦਾ ਤੰਗ ਪਰੇਸ਼ਾਨ ਨਾ ਕਰੋ, ਮੇਰੇ ਕੋਲੋਂ ਤੁਸੀਂ ਚਲੇ ਜਾਓ, ਕਿਉਂਕਿ ਮੇਰੇ ਸੁਭਾਅ ਦਾ ਅਜੇ ਤੱਕ ਤੁਹਾਨੂੰ ਗਿਆਨ ਨਹੀਂ ਹੈ। ਮੈਨੂੰ ਗੁੱਸਾ ਆ ਗਿਆ, ਫਿਰ ਮੈਂ ਤੁਹਾਨੂੰ ਛੱਡੂਗਾ ਨਹੀਂ, ਦੌੜ ਜਾਓ। ਪਰ ਬਾਲ ਹੱਠ ਹੋਣ ਕਰਕੇ ਰਿਸ਼ੀ ਜੀ ਦੇ ਕਹਿਣ ਦੇ ਵੀ ਉਹ ਯਾਦਵਾਂ ਦੇ ਬੱਚੇ ਨਾ ਹਟੇ। ਕੁਝ ਪੈਸੇ ਦਾ ਵੀ ਮਾਣ ਹੁੰਦਾ ਕਿ ਰਿਸ਼ੀ ਸਾਨੂੰ ਕੀ ਕਰ ਲਏਗਾ, ਅਸੀਂ ਤਾਂ ਪੈਸੇ ਵਾਲੇ ਦੇ ਪੁੱਤ। ਆਖਰਕਾਰ ਬਾਰ-ਬਾਰ ਸਤਾਉਣ ਕਰਕੇ ਰਿਸ਼ੀ ਜੀ ਨੇ ਗੁੱਸੇ 'ਚ ਆ ਕੇ ਕਿਹਾ, ਇਹ ਬਚਨ ਕੀਤਾ ਕਿ ਜਾਓ, ਮੈਨੂੰ ਬੁਲਾਉਣਾ ਚਾਹੁੰਦੇ ਹੋ, ਮੇਰੀ ਅੰਤਰਜਾਮਤਾ ਸਰਬਗਤਾ ਦਾ ਅੰਤ ਲੈਣਾ ਚਾਹੁੰਦੇ ਹੋ, ਜਾਓ। ਹੁਣ ਮੈਂ ਬਚਨ ਕਰਦਾ ਕਿ ਇਹਦੇ ਪੇਟੋਂ ਜਨਮੇਗਾ ਜੋ ਤੁਹਾਡੀ ਸਾਰੀ ਯਾਦਵਾਂ ਦੀ ਕੁਲ ਦਾ ਨਾਸ਼ ਕਰੇਗਾ। ਬਚਾਅ ਹੁੰਦਾ ਤਾਂ ਕਰ ਲਿਓ, ਇਹ ਫਲ ਤੁਹਾਨੂੰ ਜ਼ਰੂਰ ਭੋਗਣਾ ਪਵੇਗਾ। ਸੰਤਾਂ ਨਾਲ ਮਸ਼ਕਰੀ ਕਰਨ ਦਾ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਨਾਨਕ ਵਿਚਾਰ ਹੈ ਸੰਤ ਮੁਨ ਜਨ, 4 ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋਵੰਦੇ, ਪ੍ਰਗਟ ਪਹਾਰੈ ਜਾਪਦੇ, ਸਭ ਲੋਕ ਸੁਣੰਦੇ, ਸੁਖ ਨ ਪਾਇਨ ਮੁਗਧ ਨਰ, ਸੰਤ ਨਾਲ ਖਹੰਦੇ, ਕੋਈ ਲੋਚਨ ਉਨ ਗੁਣੈ ਨੋ, ਕੋਈ ਅਹੰਕਾਰ ਸੜੰਦੇ, ਕੋਈ ਵਿਚਾਰੇ ਕਿਆ ਕਰੈ, ਜਾਂ ਭਾਗ ਧੁਰ ਮੰਦੇ। ਜਦ ਲੋਹੇ ਦਾ ਬਾਟਾ ਸਾਂਬੇ ਦੇ ਪੇਟ ਨੂੰ ਖੋਲ੍ਹਿਆ ਤਾਂ ਉਸ ਲੋਹੇ ਦੇ ਬਾਟੇ ਵਿੱਚੋਂ ਇੱਕ ਲੋਹੇ ਦਾ ਮੂਸਲ ਨਿਕਲਿਆ। ਉਸ ਵੇਲੇ ਕ੍ਰਿਸ਼ਨ ਜੀ ਨੇ ਲੋਹੇ ਦਾ ਬਾਟਾ ਤਸਲਾ ਵਿਪਾਸ ਖੇਤਰ ਵਿੱਚ ਜਮਨਾ ਦੇ ਕਿਨਾਰੇ ਰਤਵਾਉਣਾ ਸ਼ੁਰੂ ਕੀਤਾ। ਰੇਤ ਦੀਆਂ ਉੱਤੇ ਬਰੇਤੀ ਪੈਦਾ ਹੋ ਗਈ ਅਤੇ ਬਰੇਤੀ 'ਤੇ ਬਹੁਤ ਸਾਰੇ ਦੱਬ ਦੇ ਬੂਟੇ ਪੈਦਾ ਹੋ ਗਏ। ਬਾਕੀ ਜੋ ਥੋੜ੍ਹਾ ਜਿਹਾ 4 ਉਂਗਲਾਂ ਲੋਹੇ ਦਾ ਮੂਸਲ ਬਚਿਆ ਸੀ, ਉਹ ਰੇਤ ਦੀਆਂ ਹੱਥ ਵਿੱਚੋਂ ਛੁੱਟ ਕੇ ਜਮਨਾ 'ਚ ਡਿੱਗ ਪਿਆ ਅਤੇ ਉਹ ਮਛਲੀ ਨਿਕਲ ਗਈ। ਉਸ ਮੱਛੀ ਨੂੰ ਸ਼ਿਕਾਰੀ ਨੇ ਜਾਲ 'ਚ ਫਸਾ ਕੇ ਕਰ ਲਿਆਂਦਾ। ਜਦ ਮੱਛੀ ਦੁਫਾੜ ਕੀਤੀ ਤਾਂ ਵਿੱਚੋਂ ਲੋਹੇ ਦਾ ਟੁਕੜਾ ਨਿਕਲਿਆ। ਉਸ ਲੋਹੇ ਦੇ ਟੁਕੜੇ ਨੂੰ ਚੰਗਾ ਲੋਹਾ ਸਮਝ ਕੇ ਸ਼ਿਕਾਰੀ ਨੇ ਆਪਣੇ ਤੀਰ ਅੱਗੇ ਲਗਾ ਲਿਆ। ਉਧਰ ਜੋ ਰੇਤੇ ਹੋਏ ਲੋਹੇ ਤੋਂ ਵਿਪਾਸ ਖੇਤਰ ਵਿੱਚ ਬਹੁਤ ਸਾਰੇ ਦੱਬ ਦੇ ਬੂਟੇ ਪੈਦਾ ਹੋਏ ਸੀ, ਉਹ ਤਲਵਾਰ ਵਰਗੇ ਤਿੱਖੇ ਸਨ, ਜਿਨ੍ਹਾਂ ਦੀਆਂ ਨੇਜਿਆਂ ਵਰਗੀਆਂ ਤਿੱਖੀਆਂ ਨੋਕਾਂ ਸਨ। ਇਹ ਸਭ ਇੱਕ ਕੁਦਰਤ ਦਾ ਕ੍ਰਿਸ਼ਮਾ ਸੀ। ਜੋ ਹੁਣ ਹੋਈ ਬਾਤ ਹੋਈ, ਜਦ ਸਾਰੇ ਯਾਦਵ ਵਿਪਾਸ ਖੇਤਰ 'ਚ ਇਕੱਠੇ ਹੋ ਕੇ ਸ਼ਰਾਬ ਪੀ ਕੇ ਜੂਆ ਖੇਡਣ ਲੱਗ ਪਏ। ਸ਼ਰਾਬ ਦੇ ਨਸ਼ੇ ਜੂਆ ਖੇਡਦੇ ਆਪਸ 'ਚ ਲੜਨ ਲੱਗ ਪਏ ਅਤੇ ਇੱਕ ਦੂਜੇ ਦੇ ਪੱਟ ਕੇ ਦੱਬ ਮਾਰਨ ਲੱਗ ਪਏ। ਕਿਉਂ ਸਾਰੇ ਯਾਦਵ ਆਪਸ 'ਚ ਇੱਕ ਦੂਸਰੇ ਦੇ ਰੇਤੇ ਹੋਏ। ਮੂਸਲੇ ਤੋਂ ਪੈਦਾ ਹੋਈ ਦੱਬ ਅਤੇ ਕੁਝ ਸ਼ਸਤਰਾਂ ਦੇ ਨਾਲ ਹੀ ਮਾਰੇ ਗਏ। ਬਾਕੀ ਕ੍ਰਿਸ਼ਨ ਭਗਵਾਨ ਇਕੱਲਾ ਬਚਿਆ। ਉਹ ਜੰਗਲ 'ਚ ਆ ਕੇ ਗੋਡੇ 'ਤੇ ਪੈਰ ਰੱਖ ਕੇ ਸੌਂ ਗਿਆ। ਕ੍ਰਿਸ਼ਨ ਦੇ ਸੱਜੇ ਪੈਰ 'ਚ ਪਦਮ ਸੀਗਾ, ਜੋ ਧੁੱਪ ਦੇ ਲਿਸ਼ਕਾਰੀ ਨਾਲ ਬੜਾ ਚਮਕਦਾ ਸੀ। ਉਹ ਚਮਕ ਨੂੰ ਦੂਰੋਂ ਵੇਖ ਕੇ ਸ਼ਿਕਾਰੀ ਨੇ ਸਮਝਿਆ ਕਿ ਕਿਸੇ ਹਰਨ ਦੀ ਅੱਖ ਹੈ
ਇਸ ਖਿਆਲ ਦੇ ਅਨੁਸਾਰ ਸ਼ਿਕਾਰੀ ਨੇ ਉਹੀ ਤੀਰ ਜਿਹਨੂੰ ਮੱਛੀ ਦੇ ਪੇਟੋਂ ਨਿਕਲਿਆ ਲੋਹੇ ਦਾ ਟੁਕੜਾ ਲਾਇਆ ਹੋਇਆ ਸੀ, ਖਿੱਚ ਕੇ ਮਾਰਿਆ, ਜੋ ਕ੍ਰਿਸ਼ਨ ਦੇ ਚਰਨ 'ਚ ਜਾ ਵੱਜਿਆ। ਜਦ ਸ਼ਿਕਾਰੀ ਸ਼ਿਕਾਰ ਫੜਨ ਵਾਸਤੇ ਦੌੜ ਕੇ ਕੋਲ ਆਇਆ ਤਾਂ ਕ੍ਰਿਸ਼ਨ ਨੂੰ ਤੀਰ ਵੱਜਿਆ ਵੇਖ ਕੇ ਰੋਣ ਲੱਗ ਪਿਆ। ਉਹਨੂੰ ਰੋਂਦਾ ਵੇਖ ਕੇ ਕ੍ਰਿਸ਼ਨ ਕਹਿਣ ਲੱਗਾ ਵੀ ਰੋਂਦਾ ਕਿਉਂ ਹੈ? ਇਹ ਹੋਣਹਾਰ ਹੀ ਐਸੀ ਸੀ। ਪਿਛਲੇ ਤ੍ਰੇਤੇ ਯੁੱਗ ਵਿੱਚ ਅਸੀਂ ਰਾਮਚੰਦਰ ਰੂਪ ਹੋ ਕੇ ਤੈਨੂੰ ਬਾਲੀ ਰੂਪ ਦੇ ਵਿੱਚ ਲੋਕੇ ਬਾਣ ਮਾਰਿਆ ਸੀ, ਕਿਉਂਕਿ ਤੈਨੂੰ ਵਰ ਪ੍ਰਾਪਤ ਸੀ ਕਿ ਜੋ ਵੀ ਤੇਰੇ ਸਾਹਮਣੇ ਹੁੰਦਾ ਸੀ ਉਹਦਾ ਬਲ ਅੱਧਾ ਰਹਿ ਜਾਂਦਾ ਸੀ, ਉਹਦਾ ਬਦਲਾ ਤੂੰ ਲੈਣਾ ਸੀ। ਤੂੰ ਮਰ ਲੰਘਿਆ ਫੁਰਨਾ ਕੀਤਾ ਕਿ ਲੋਕੇ ਤੀਰ ਜਿਹਨੇ ਮਾਰਿਆ ਜੇ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪਤਾ ਦੱਸਾਂ। ਤੋ ਮੈਂ ਸਾਹਮਣੇ ਆਇਆ, ਤੀਰ ਬਦਲੇ ਤੀਰ ਖਾਧਾ, ਇਸ ਕਰਕੇ ਤੂੰ ਇਸ ਜਨਮ ਸ਼ਿਕਾਰੀ ਬਣ ਕੇ ਉਹਦਾ ਬਦਲਾ ਲਿਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸਾਖੀ ਦੀ ਪ੍ਰੋੜਤਾ ਕੀਤੀ ਹੈ ਕਿ ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੈ ਵਾਂਗੀ ਤਾਰੇ, ਬੱਧਕ ਆਇਆ ਭਾਲਦਾ ਮਿਰਗੈ ਜਾਨ ਬਾਣ ਲੈ ਮਾਰੇ, ਦਰਸ਼ਨ ਡਿਟੋਸ ਜਾਇ ਕੈ ਕਰਨ ਪਲਾਵ ਕਰੈ ਪੁਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ ਅਵਗਣ ਕੀਤੇ ਹਰ ਨਾ ਚਿਤਾਰੇ। ਕਿਉਂ ਹੇ ਸ਼ਿਕਾਰੀ ਅੱਜ ਤੇਰਾ ਮੇਰਾ ਹਿਸਾਬ ਹੋ ਗਿਆ, ਹੁਣ ਅਸੀਂ ਬੈਕੁੰਠ ਧਾਮ ਚੱਲਦੇ ਹਾਂ। ਕਿਉਂ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਕਥਨ ਕਰਦੇ ਨੇ ਦੁਰਭਾਸ਼ਾ ਰਿਸ਼ੀ ਨਾਲ ਮਸ਼ਕਰੀ ਕਰਨੀ ਕਰਕੇ ਸਾਰੀ ਯਾਦਵਾਂ ਦੀ ਵੰਸ਼ ਦਾ ਨਾਸ਼ ਹੋ ਗਿਆ ਸੀ। ਸੰਤਨ ਸੇਤੀ ਮਸਕਰੀ ਕੁਲ ਡੋਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰੇ ਉਚਤਾ ਕਰੇ ਪਲੀਤ। ਤੋ ਇੰਜ ਇਹ ਸਾਖੀ ਹੈ। ਕਈ ਪ੍ਰੇਮੀ ਜਨ ਜਿਹੜੇ ਕਾਲਜਾਂ 'ਚ ਪੜ੍ਹੇ ਹੋਏ ਨੇ ਉਹ ਸਾਖੀ ਸੁਣਾਉਣ ਨੂੰ ਗੁਰਮਤ ਨਹੀਂ ਮੰਨਦੇ, ਪਰ ਜੇ ਹੁਣ ਇੱਥੇ ਆਪਾਂ ਸਾਖੀ ਸੁਣਾਵਾਂਗੇ ਨਹੀਂ, ਵਿਚਾਰਾਂਗੇ ਨਹੀਂ, ਤਾਂ ਫਿਰ ਪੰਗਤੀ ਦਾ ਪਤਾ ਕਿਵੇਂ ਲੱਗੂਗਾ? ਪੰਗਤੀ ਦੇ ਅਰਥ ਖੁੱਲ੍ਹਣਗੇ ਤਾਂ ਹੀ ਜੇ ਉਹਨੂੰ ਐਕਸਪਲੇਨ ਕਰਾਂਗੇ। ਇਹੀ ਤਾਂ ਕਥਾ ਹੈ, ਫਿਰ ਕਥਾ ਕੀ ਹੋਈ? ਇਹ ਤਾਂ ਸ਼ਬਦ ਦਾ ਪਾਠ ਹੀ ਚੜ੍ਹਦੀ ਕਲਾ ਵਾਲਾ, ਮਨ ਨੂੰ ਸ਼ਾਂਤੀ ਦੇਣ ਵਾਲਾ। ਕਥਾ ਦਾ ਮਤਲਬ ਤਾਂ ਇਹੀ ਹੈ ਕਿ ਪਹਿਲਾਂ ਅਰਥ ਹੋਣ, ਅਰਥਾਂ ਤੋਂ ਬਾਅਦ ਵਿਆਖਿਆ ਹੋਵੇ, ਉਸ ਤੋਂ ਬਾਅਦ ਸਾਖੀ ਉਸ ਭਾਵ ਨੂੰ ਸਪਸ਼ਟ ਕਰੇ, ਤਾਂ ਬਣਦੀ ਹੈ ਕਥਾ। ਸੋ ਮਹਾਰਾਜ ਨਾਮਦੇਵ ਜੀ ਕਹਿੰਦੇ ਕਿਰਪਾ ਕਰੀ ਜਨ ਆਪਣੇ ਉਪਰ। ਆਪ ਦੇ ਜਨ ਸੇਵਕ ਦੇ ਉੱਤੇ ਪਰਮੇਸ਼ਰ ਨੇ ਬੜੀ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਹੈ। ਨਾਮਦੇਵ ਹਰ ਗੁਣ ਗਾਏ, ਜੋ ਮੈਂ ਨਾਮਦੇਵ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹਾਂ, ਇਸੇ ਪ੍ਰਕਾਰ ਕਿਰਪਾ ਕਰੀ ਜਨ ਆਪਣੇ ਉਪਰ। ਸੋ हे ਪਰਮੇਸ਼ਰ ਜੀ, ਆਪ ਜੀ ਨੇ ਆਪਣੇ ਸੇਵਕ ਦੇ ਉੱਤੇ ਕਿਰਪਾ ਕਰੀ, ਕਿਰਪਾ ਦ੍ਰਿਸ਼ਟੀ ਕੀਤੀ ਹੈ। ਨਾਮਦੇਵ ਹਰ ਗੁਣ ਗਾਏ, ਜਿਸ ਕਰਕੇ ਮੈਂ ਨਾਮਦੇਵ ਜਿੱਥੇ ਵੀ ਜਾਵਾਂਗਾ ਉੱਥੇ ਹੀ ਬੈਠ ਕੇ ਤੇਰੇ ਗੁਣ ਗਾਵਾਂਗਾ। ਭਗਤਾਂ ਨੇ ਤਾਂ ਗੁਣ ਹੀ ਗਾਉਣੇ ਨੇ, ਇੱਥੇ ਨਹੀਂ ਤਾਂ ਉੱਥੇ ਸਹੀ। ਫਿਰ ਕੀ ਹੋ ਗਿਆ ਜੇ ਮੇਰੀ ਛਪੜੀ ਢਾਹ ਦਿੱਤੀ ਆ? ਸ਼ਾਹੂਕਾਰ ਨੇ, ਉਹਨੂੰ ਮੁਬਾਰਕ ਹੈ। ਆਪਾਂ ਕਿਸੇ ਨੂੰ ਲਾਮਾ ਨਹੀਂ ਦਿੰਦੇ, ਕਿਸੇ ਨੂੰ ਸ਼ਰਾਪ ਨਹੀਂ ਦਿੰਦੇ, ਕਿਸੇ ਨੂੰ ਬੁਰਾ ਨਹੀਂ ਕਹਿੰਦੇ। ਗੁਰੂ ਘਰ ਦੀ ਤਾਂ ਇਹੀ ਮਰਜ਼ਾਦਾ। ਜਿਹੜੇ ਨਿਹੰਗ ਨੇ, ਸਾਧੂ ਸੰਤ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬੜਾ। ਉਹਦੇ ਲਈ ਕਬੀਰ ਧਰਤੀ ਸਾਧ ਕੀ, ਸਾਰੀ ਧਰਤੀ ਹੋਈ ਸਾਧਾਂ ਦੀ ਹੈ। ਜਿੱਥੋਂ ਕੋਈ ਉਠਾਵੇ ਨਾ ਉੱਥੇ ਜੰਗਲ ਵੇਲੇ 'ਚ ਜਾ ਕੇ ਆਪਾਂ ਰੱਬ ਰੱਬ ਕਰਦੇ ਹਾਂ। ਤੋ ਇਉਂ ਸਾਧ ਸੰਗਤ ਜੀਓ, ਭਗਤ ਨਾਮਦੇਵ ਜੀ ਪਰਮੇਸ਼ਰ ਦੇ ਪ੍ਰਾਇਣ ਸਨ। ਭਗਤ ਨਾਮਦੇਵ ਜੀ ਦੀ ਜਦੋਂ ਸ਼ਾਹੂਕਾਰ ਨੇ ਛਪਰੀ ਚੁੱਕ ਦਿੱਤੀ ਸੀ ਤਾਂ ਉਸ ਤੋਂ ਬਾਅਦ ਦੱਖਣ ਵੱਲੋਂ ਆ ਕੇ ਪੰਜਾਬ ਦੇ ਵਿੱਚ ਘੁਮਾਣ ਨਗਰ ਹੈ ਗੁਰਦਾਸਪੁਰ, ਸਾਡੇ ਮਹਿਤੇ ਦੇ ਕੋਲ ਹੀ ਹੈ, ਉੱਥੇ ਪਹੁੰਚੇ ਸੀ, ਜਿੱਥੇ ਅੱਜ ਕੱਲ੍ਹ ਭਗਤ ਨਾਮਦੇਵ ਜੀ ਦੀ ਯਾਦਗਾਰ ਦਾ ਸਥਾਨ ਬਣਿਆ ਹੋਇਆ। ਰਾਗੀ ਭਾਈ ਹਰਜਿੰਦਰ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ ਹੋਰ ਬੇਅੰਤ ਰਾਗੀ ਸਿੰਘਾਂ ਨੇ ਜੋ ਆਪਣਾ ਖਾਲਸਾ ਪੰਥ ਦਾ ਇਹ 300 ਸਾਲਾ ਸਾਧ ਸੰਗਤ ਜੀ ਉਹ ਜਨਮ ਦਿਹਾੜਾ ਮਨਾਇਆ ਗਿਆ। ਉਸ ਵਕਤ ਆਤਮ ਰਸ ਕੀਰਤਨ ਦਰਬਾਰ ਉੱਥੇ ਉਹਨਾਂ ਨੇ ਕੀਤਾ ਸੀ, ਬੜੀ ਚੜ੍ਹਦੀ ਕਲਾ ਦੇ ਵਿੱਚ। ਸੋ ਲੋਹੜੀ ਤੋਂ ਅਗਲੇ ਦਿਨ, ਸ਼ਾਇਦ ਉਸੇ ਦਿਨ ਹੀ
ਜਿੰਨੇ ਵੀ ਛਿੰਬੇ ਜਾਤ ਨਾਲ ਸੰਬੰਧਿਤ ਗੁਰਮੁਖ ਨੇ, ਦਰਜੀ ਨੇ, ਉਹ ਸਾਰੇ ਉੱਥੇ ਘੁਮਾਣੀ ਜਾ ਕੇ ਮੇਲਾ ਲਾਉਂਦੇ ਨੇ। ਜਿਸ ਤਰ੍ਹਾਂ ਅਨੰਦਪੁਰ ਸਾਹਿਬ ਜਾਂ ਫਤਿਹਗੜ੍ਹ ਮੇਲਾ ਲੱਗਦਾ, ਇਸੇ ਤਰ੍ਹਾਂ ਹੀ ਟਰੱਕਾਂ ਦੇ ਟਰੱਕ ਗੱਡੀਆਂ ਭਰ ਕੇ ਉੱਥੇ ਨਾਮਦੇਵ ਜੀ ਨੂੰ ਜਾ ਕੇ ਨਮਸਕਾਰ ਕਰਦੇ ਨੇ। ਇਹ ਭਗਤ ਨਾਮਦੇਵ ਜੀ ਨੇ ਅੱਜ ਦੀ ਕਥਾ ਵਿੱਚ ਕਿਰਪਾ ਕੀਤੀ ਹੈ। ਆਓ ਅਰਦਾਸ ਕਰੀਏ ਕਿ ਸਾਡੇ ਹਿਰਦੇ ਵਿੱਚ ਭਗਤ ਜੀ ਦਾ ਉਪਦੇਸ਼ ਵਸ ਜਾਏ, ਅਸੀਂ ਵੀ ਨਿਮਰਤਾ ਸਹਿਤ ਪ੍ਰਭੂ ਦੇ ਗੁਣ ਗਾ ਕੇ ਇਹ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ ਜੀ। ਦੁਰਵਾਸਾਂ ਸਿਉ ਕਰਤ ਟਗਾਉਣੀ, ਜਾਦ ਲਏ ਫਲ ਪਾਏ। ਕਿਰਪਾ ਕਰੀ ਜਨ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।